ਸਤਿ ਸ਼੍ਰੀ ਅਕਾਲ ਜੀ, ਮੈਂ ਸਤਿੰਦਰ ਸਿੰਘ ਵਿਰਕ ਤੇ ਆਪਾਂ ਬੈਠੇ ਹਾਂ ਜੀ ਅੱਜ ਮੋਗਾ ਦੇ ਵਿੱਚ ਵੈਲਬਿੰਗ ਹੈਲਥ ਆਰਗੇਨਾਈਜੇਸ਼ਨ ਦੇ ਜਿਹੜੇ ਸੰਸਥਾਪਕ ਨੇ, ਜਿਹੜੇ ਕਿਸੇ ਜਾਣ ਪਛਾਣ ਦੇ ਮੁਹਤਾਜ ਨਹੀਂ ਹੈਗੇ। ਆਪ ਸਭ ਨੇ ਬਹੁਤ ਸਾਰੀਆਂ ਵੀਡੀਓਜ਼ ਔਨ ਏਅਰ ਬਹੁਤ ਸਾਰੇ ਟੀਵੀ ਚੈਨਲਸ ਦੇ ਥਰੂ ਆਪਨੇ ਉਹਨਾਂ ਨੂੰ ਦੇਖਿਆ। ਸੋ ਮੈਂ ਦੁਬਾਰਾ ਉਹਨਾਂ ਦੀ ਇੰਟਰੋਡਕਸ਼ਨ ਜਿਹੜੀ ਤੁਹਾਡੇ ਸਾਹਮਣੇ ਮੈਂ ਕਰਵਾਉਣ ਜਾ ਰਿਹਾ ਜੀ। ਡਾਕਟਰ ਵਰਿੰਦਰ ਸਿੰਘ ਭੁੱਲਰ ਸਾਹਿਬ, ਜਿਨ੍ਹਾਂ ਨੇ ਬਹੁਤ ਸਾਰੇ ਵੱਖ-ਵੱਖ ਟੌਪਿਕ ਦੇ ਉੱਤੇ ਆਪ ਸਭ ਨੂੰ ਬਹੁਤ ਸਾਰੀਆਂ ਵੀਡੀਓਜ਼ ਦੇ ਰਾਹੀਂ ਬਹੁਤ ਪ੍ਰਕਾਰ ਦੀ ਜਾਣਕਾਰੀ ਜਿਹੜੀ ਉਹਨਾਂ ਨੇ ਦਿੱਤੀ ਆ। ਸੋ ਅੱਜ ਸਾਡਾ ਇੱਥੇ ਆਉਣ ਦਾ ਜਿਹੜਾ ਕਾਰਨ ਸੀ, ਸੋ ਮੇਨ ਇਹੀ ਸੀ ਕਿ ਅੱਜ ਇਹਨਾਂ ਨੂੰ ਇੱਕ ਬਹੁਤ ਵੱਡਾ ਅਵਾਰਡ ਜਿਹੜਾ ਹਿੰਦੁਸਤਾਨ ਰਿਸਰਚ ਕਾਰਪੋਰੇਸ਼ਨ ਦਿੱਲੀ ਵੱਲੋਂ ਇਹਨਾਂ ਨੂੰ ਮਿਲਿਆ ਹੈ ਜੀ। ਸੋ ਆਪਾਂ ਗੱਲ ਕਰਾਂਗੇ ਜੀ ਉਹਨਾਂ ਦੇ ਨਾਲ ਕਿ ਇਸ ਅਵਾਰਡ ਜਿਹੜਾ ਇਹ ਅਵਾਰਡ ਮਿਲਿਆ ਹੈ ਇਹ ਕਿਹਨਾਂ ਵੱਲੋਂ ਮਿਲਿਆ ਹੈ ਜੀ, ਤੇ ਇਸ ਅਵਾਰਡ ਦੇ ਮਾਇਨੇ ਕੀ ਨੇ, ਤੇ ਇਸ ਅਵਾਰਡ ਨੂੰ ਲੈ ਕੇ ਉਹ ਕਿਸ ਤਰ੍ਹਾਂ ਦਾ ਫੀਲ ਕਰ ਰਹੇ ਨੇ, ਤੇ ਫਰਦਰ ਜਿਹੜੀਆਂ ਉਹਨਾਂ ਦੇ ਹੁਣ ਮੋਢੇ ਦੇ ਉੱਤੇ ਹੋਰ ਵੱਡੀਆਂ ਜ਼ਿੰਮੇਵਾਰੀਆਂ ਆ ਚੁੱਕੀਆਂ ਨੇ ਪੰਜਾਬ ਦੇ ਵਿੱਚ ਸਿਹਤ ਸੇਵਾਵਾਂ ਨੂੰ ਲੈ ਕੇ, ਤੇ ਪੰਜਾਬ ਤੋਂ ਬਾਹਰ ਜਿੰਨੇ ਵੀ ਸਾਡੇ ਪੰਜਾਬੀ ਵਸਦੇ ਆ ਤੇ ਹੋਰ ਜਿੰਨੇ ਵੀ ਇਸ ਕਿਸੇ ਵੀ ਪ੍ਰਕਾਰ ਦੇ ਕਿੱਤੇ ਨਾਲ ਸੰਬੰਧਿਤ ਜਿਹੜੇ ਸਾਡੇ ਆਲੇ ਦੁਆਲੇ ਦੇ ਸਮਾਜਿਕ ਪਰਸਨ ਨੇ, ਉਹਨਾਂ ਨੂੰ ਲੈ ਕੇ ਉਹਨਾਂ ਦੇ ਫਰਦਰ ਕੀ ਪਲਾਨ ਨੇ। ਸੋ ਆਪਾਂ ਉਹਨਾਂ ਨਾਲ ਗੱਲ ਕਰਾਂਗੇ। ਸਤਿ ਸ਼੍ਰੀ ਅਕਾਲ ਡਾਕਟਰ ਸਾਹਿਬ, ਕੀ ਹਾਲ ਚਾਲ ਨੇ ਜੀ? ਸਤਿ ਸ਼੍ਰੀ ਅਕਾਲ ਵਿਕ ਸਾਹਿਬ। ਸਭ ਤੋਂ ਪਹਿਲਾਂ ਮੈਂ ਕੇਅਰ ਏਸ਼ੀਆ ਟੀਵੀ ਔਰ ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਔਰ ਵੈਲਕਮ ਕਰਦੇ ਹਾਂ ਸਾਰੀ ਕੇਅਰ ਏਸ਼ੀਆ ਟੀਮ ਦਾ। ਸੋ ਇਹ ਸਾਡੇ ਸਾਰੇ ਵੈਲਬਿੰਗ ਹੈਲਥ ਆਰਗੇਨਾਈਜੇਸ਼ਨ ਦੀ ਜਿੰਨੀ ਵੀ ਟੀਮ ਹੈ ਜੀ, ਉਹਦੇ ਸਾਰਿਆਂ ਵਾਸਤੇ ਬੜਾ ਖੁਸ਼ੀ ਭਰਿਆ ਮਾਹੌਲ ਹੈ ਕਿ ਹੁਣ ਤੱਕ ਜੋ ਅਸੀਂ ਵਰਕ ਕੀਤਾ ਹੈਗਾ ਜੀ, ਨੈਚੁਰਲ ਹੈਲਥ ਸਾਇੰਸਿਸ ਦੇ ਉੱਪਰ ਜੀ ਜੀ, ਉਹਨੂੰ ਲੈ ਕੇ ਇੱਕ ਲਗਾ ਲਓ ਕਿ ਐਪਰੀਸ਼ੀਏਸ਼ਨ ਇਨਕਰੇਜਮੈਂਟ ਮਿਲਦੀ ਹੈ ਜਦੋਂ ਤੁਹਾਨੂੰ ਕੋਈ ਸ਼ਾਬਾਸ਼ੀ ਮਿਲਦੀ ਹੈ। ਮੈਂ ਅਕਸਰ ਇੱਕ ਗੱਲ ਵੀਡੀਓਜ਼ ਦੇ ਵਿੱਚ ਅਸੀਂ ਕਹਿੰਦੇ ਹੁੰਦੇ ਕਿ ਅਗਰ ਬੱਚੇ ਨੂੰ ਸ਼ਾਬਾਸ਼ੀ ਟਾਈਮ 'ਤੇ ਮਿਲ ਜੇ ਨਾ ਤਾਂ ਆਪਣੀ ਹੈਸੀਅਤ ਨਾਲੋਂ ਵੀ ਜ਼ਿਆਦਾ ਵੱਡਾ ਕੁਝ ਕਰਕੇ ਦਿਖਾ ਸਕਦਾ। ਬਿਲਕੁਲ ਸਰ, ਬਿਲਕੁਲ। ਤਾਂ ਇਹ ਇੱਕ ਤਰ੍ਹਾਂ ਦੀ ਸ਼ਾਬਾਸ਼ੀ ਹੁੰਦੀ ਹੈ, ਕੁਝ ਤੁਹਾਨੂੰ ਅਵਾਰਡ ਮਿਲਣਾ ਕਿਸੇ ਸੰਸਥਾ ਵੱਲੋਂ। ਤੇ ਇਹ ਸਰ ਫਿਰ ਇਸ ਚੀਜ਼ ਦੇ ਲਈ ਤੁਸੀਂ ਵਰਕ ਕਰਨ ਲਈ, ਜਿਸ ਤਰ੍ਹਾਂ ਮੈਂ ਥੋੜੀ ਜਿਹੀ ਪਿੱਛੇ ਜਾਣਾ, ਜਿੱਦਾਂ ਤੁਸੀਂ ਜ਼ਿਕਰ ਕੀਤਾ ਕਿ ਕਲਾਸਿਸ ਵਗੈਰਾ ਸਰ ਚੱਲਦੀਆਂ, ਤਾਂ ਮਿਹਰਬਾਨੀ ਕਰਕੇ ਸਰ ਮੈਨੂੰ ਉਹਨਾਂ ਦੇ ਬਾਰੇ ਜਾਣਕਾਰੀ ਦਿਓ ਕਿ ਕਿੰਨੇ ਟਾਈਮ ਦੀ ਡਿਊਰੇਸ਼ਨ ਦੀਆਂ ਕਲਾਸਿਸ ਹੁੰਦੀਆਂ ਨੇ, ਤਾਂ ਇਹ ਕਲਾਸਾਂ ਨੂੰ ਅਟੈਂਡ ਕਰਨ ਦੇ ਲਈ ਕੀ ਯੋਗਤਾ ਹੋਣੀ ਚਾਹੀਦੀ ਹੈ। ਜੇ ਕੋਈ ਪਰਸਨ ਤੁਹਾਡੇ ਨਾਲ ਜੁੜਨ ਤੇ ਉਹ ਕਲਾਸਾਂ ਅਟੈਂਡ ਕਰ ਸਕਦੇ ਆ, ਤਾਂ ਉਹਨਾਂ ਨੂੰ ਕੀ ਯੋਗਤਾ ਜਾਂ ਕੀ ਚੀਜ਼ ਦੀ ਵੀ ਲੋੜ ਹੈ? ਥੋੜਾ ਜਿਹਾ ਤੁਸੀਂ ਵੀ ਦੱਸ ਹੀ ਚੁੱਕੇ ਹੋ ਕਿ ਉਹ ਵੀ ਪਹਿਲਾਂ ਪੇਸ਼ੈਂਟ ਹਾਂ, ਮੈਂ ਥੋੜਾ ਹੋਰ ਬਰੀਫ ਕਰ ਦਿੰਦਾ। ਹਾਂਜੀ। ਪਹਿਲੀ ਕੰਡੀਸ਼ਨ ਸੰਸਥਾ ਦੀ ਇਹ ਹੈ ਕਿ ਤੁਸੀਂ ਜਾਂ ਤੁਹਾਡੇ ਪਰਿਵਾਰ ਦਾ ਕੋਈ ਮੈਂਬਰ ਜੀ, ਸਭ ਤੋਂ ਪਹਿਲਾਂ ਉਹਨੂੰ ਤੁਸੀਂ ਨੈਚੁਰਲ ਹੈਲਥ ਸਾਇੰਸ ਨਾਲ ਜੋੜ ਕੇ ਠੀਕ ਕਰਨਾ ਹੈ। ਠੀਕ ਹੈ ਸਰ। ਉਹ ਪਹਿਲੇ 90 ਦਿਨ, ਪਹਿਲੇ 6 ਮਹੀਨੇ, ਪਹਿਲਾ ਸਾਲ, ਜਿਸ ਤਰ੍ਹਾਂ ਦਾ ਵੀ ਰੋਗ ਹੈ। ਰੋਗ 3 ਤਰ੍ਹਾਂ ਦੇ ਹੁੰਦੇ ਆ, ਅਕਿਊਟ, ਸਬ ਅਕਿਊਟ ਤੇ ਕ੍ਰੋਨਿਕਲ। ਜੀ, ਅਕਿਊਟ ਸਬ ਅਕਿਊਟ ਦੀ ਜਿਹੜੀ ਪਰਸੈਂਟੇਜ ਉਹ ਜ਼ਿਆਦਾ ਹੈ ਰੈਦਰ ਦੈਨ ਕ੍ਰੋਨਿਕਲ। ਜੀ ਸਰ। 80% ਜਿਹੜਾ ਡਾਟਾ ਜਿਹੜਾ ਹਸਪੀਟਲਸ ਦੇ ਵਿੱਚ ਅੱਜ ਘੁੰਮ ਰਿਹਾ, ਕੋਈ 10 ਦਿਨ ਬਾਅਦ ਜਾ ਰਿਹਾ, ਕੋਈ 15 ਦਿਨ ਬਾਅਦ ਜਾ ਰਿਹਾ ਸਰ, ਜਾ ਰਹੇ, ਉਹ ਡਾਟਾ ਅਕਿਊਟ ਸਬ ਅਕਿਊਟ ਦਾ ਹੈ। ਮਤਲਬ ਜਿਹਨੂੰ ਤੁਸੀਂ ਵਿਗੜੇ ਹੋਏ ਸਿੰਪਟਮ ਲੱਛਣ ਕਹਿ ਸਕਦੇ ਹੋ। ਠੀਕ ਹੈ ਸਰ। ਪਰ ਰੋਗ 'ਚ ਕਨਵਰਟ ਨਹੀਂ ਹੋਈ ਬਾਡੀ। ਠੀਕ ਹੈ ਸਰ। ਬਟ ਜੇ ਸਿੰਪਟਮ ਔਰ ਵਿਗੜੇ ਹੋਏ ਲੱਛਣ ਦੇ ਪ੍ਰਤੀ ਤੁਸੀਂ ਪੇਸ਼ੈਂਟ ਨੂੰ ਅਵੇਅਰ ਕਰਦੇ ਹੋ, ਜਾਗਰੂਕ ਕਰਦੇ ਹੋ, ਤਾਂ ਉਹਨਾਂ ਨੂੰ ਆਪਾਂ ਇੱਕ ਕ੍ਰੋਨਿਕਲ ਡਿਜ਼ੀਜ਼ ਕਨਵਰਟ ਹੋਣ ਤੋਂ ਬਚਾ ਸਕਦੇ ਹਾਂ, ਰੋਕ ਸਕਦੇ ਹਾਂ। ਤਾਂ ਉਹ ਇਹ ਸਭ ਤੋਂ ਪਹਿਲਾਂ ਕੰਡੀਸ਼ਨ ਇਹ ਹੈਗੀ ਕਿ ਤੁਸੀਂ ਜਾਂ ਤਾਂ ਜੇ ਤੁਹਾਡੀ ਬਾਡੀ 'ਚ ਰੋਗ ਹੈ, ਠੀਕ ਹੈ, ਤਾਂ ਤੁਸੀਂ ਆ ਸਕਦੇ ਹੋ, ਇਸ ਇਨੀਸ਼ੀਏਟਿਵ ਲੈ ਸਕਦੇ ਹੋ, ਸੰਸਥਾ ਤੁਹਾਡੇ ਨਾਲ ਆਏਗੀ। ਜੇ ਜਾਂ ਤੁਹਾਡੇ ਪਰਿਵਾਰ ਦੇ ਕਿਸੇ ਮੈਂਬਰ 'ਚ ਸਮੱਸਿਆ ਹੈ, ਤੁਸੀਂ ਉਹਦੀ ਸਮੱਸਿਆ ਦਾ ਹੱਲ ਪਹਿਲਾਂ ਨੈਚੁਰਲ ਹੈਲਥ ਸਾਇੰਸ ਨਾਲ ਜੁੜ ਕੇ ਹੱਲ ਲੈਣਾ ਹੈ। ਉਸ ਤੋਂ ਬਾਅਦ ਤੁਹਾਡੀ ਮਿਨੀਮਮ ਮੈਟ੍ਰਿਕ ਯੋਗਤਾ ਚਾਹੀਦੀ ਹੈ। ਮੈਟ੍ਰਿਕ ਯੋਗਤਾ, ਠੀਕ ਹੈ। +2 ਹੈ ਤਾਂ ਉਹਦਾ ਹੋਰ ਐਡਵਾਂਟੇਜ ਹੋਏਗਾ। ਲੇਕਿਨ ਅਸੀਂ ਮਿਨੀਮਮ ਵਿੱਚ ਮੈਟ੍ਰਿਕ ਵਾਲੇ ਨੂੰ ਵੀ ਐਡ ਕੀਤਾ ਤਾਂ ਜੋ ਉਹਨੂੰ ਵੀ ਲਗਾ ਲਓ ਕਿ ਇੱਕ ਰੋਜ਼ਗਾਰ ਦਾ ਸਾਧਨ ਔਰ ਅੱਛੀ ਰੈਪੂਟੇਸ਼ਨ ਔਰ ਅੱਛਾ ਫੀਲਡ ਚੂਜ਼ ਕਰਨ ਦਾ ਮੌਕਾ ਮਿਲੇ। ਬਿਲਕੁਲ ਸਰ। ਠੀਕ ਹੈ। ਤਾਂ ਅਸੀਂ ਉਹਨੂੰ ਵੀ ਇਹਦੇ 'ਚ ਐਡ ਕੀਤਾ ਤਾਂ ਜੋ ਵੀ ਨੈਚੁਰਲ ਹੈਲਥ ਸਾਇੰਸਿਸ ਦੇ ਕੋਰਸਿਸ ਕਰ ਸਕੇ ਜੀ। ਔਰ ਜਿਵੇਂ ਜਿਵੇਂ ਅੱਗੇ ਆਪਣੀ ਪੜ੍ਹਾਈ ਵਧਾਉਂਦਾ ਜਾਏਗਾ ਉਵੇਂ ਉਵੇਂ ਤੇ ਉਹ ਅਪਡੇਟ ਹੁੰਦੀਆਂ ਰਹਿੰਦੀਆਂ ਸਾਰੀਆਂ ਚੀਜ਼ਾਂ। ਤਾਂ ਇਹ ਕੁਆਲੀਫਿਕੇਸ਼ਨ ਅਗਰ ਉਹਦੇ ਕੋਲ ਹੈ ਤਾਂ ਉਹ ਹਰ ਮਹੀਨੇ ਸਾਡੀ ਲਾਸਟ ਸੈਚਰਡੇ ਨੈਚੁਰਲ ਹੈਲਥ ਸਾਇੰਸ ਦੀ ਕਲਾਸ ਹੁੰਦੀ, ਉਹਨੂੰ ਅਟੈਂਡ ਕਰਨਾ ਜ਼ਰੂਰੀ ਹੈ। ਠੀਕ ਸਰ। ਉਸ ਤੋਂ ਇਲਾਵਾ ਰੈਂਡਮਲੀ ਸਾਡੀਆਂ ਟ੍ਰੇਨਿੰਗ ਔਰ ਪ੍ਰੈਕਟਿਸ ਵੀ ਚੱਲਦੀਆਂ ਰਹਿੰਦੀਆਂ, ਉਹ ਰੈਂਡਮਲੀ ਉਹਨੂੰ ਵੀ ਅਟੈਂਡ ਕਰਦੇ ਨੇ ਇਨ ਬਿਟਵੀਨ। ਹਾਂ, ਇਨ ਬਿਟਵੀਨ ਜੀ। ਤਾਂ ਉਹ ਜਿਹੜੇ ਟ੍ਰੇਨਿੰਗ ਸੈਸ਼ਨ ਵੀ ਨਾਲ ਅਟੈਂਡ ਕਰਦੇ ਨੇ। ਇਹਦੇ ਨਾਲ ਇਹ ਵੀ ਨਹੀਂ ਹੁੰਦਾ ਕਿ ਉਹਨਾਂ ਨੇ ਕੁਝ ਰੈਗੂਲਰ ਕਰਨਾ ਹੈ, ਤਾਂ ਜੋ ਇਹਦੇ ਵਿੱਚ ਸਟੂਡੈਂਟ, ਹਾਊਸਵਾਈਫ, ਸ਼ਾਪਕੀਪਰ ਐਂਡ ਜੌਬ ਸੀਕਰ ਸਾਰੇ ਹੀ ਇਸ ਕੋਰਸ ਨੂੰ ਆ ਸਕਣ ਤੇ ਆਪਣੇ ਪਰਿਵਾਰ ਨੂੰ ਤੰਦਰੁਸਤ ਰੱਖਣ ਵਾਲੇ ਡਾਕਟਰ ਖੁਦ ਬਣ ਸਕਣ। ਇਹਦੇ 'ਚ ਇਹ ਨਹੀਂ ਹੈ ਕਿ ਸਾਡੀ ਸੰਸਥਾ
ਕਿ ਡਾਕਟਰ ਭੁੱਲਰ ਨੂੰ ਪ੍ਰਮੋਟ ਕਰ ਰਹੀ ਹੈ, ਨੋ। ਇਹ ਤਾਂ ਇੱਕ ਹੱਡ ਮਾਸ ਦਾ ਪੁਤਲਾ ਹੈ, ਅੱਜ ਹੈ ਕੱਲ ਨਹੀਂ ਹੈ ਜੀ। ਬਟ ਇਸ ਗਿਆਨ ਨੂੰ ਜੇ ਅਸੀਂ ਸਪਰੈਡ ਕਰ ਦਈਏ, ਵਧਾ ਦਈਏ ਜੀ, ਠੀਕ ਹੈ, ਤਾਂ ਪੀੜ੍ਹੀਆਂ ਤੱਕ ਇਹਦਾ ਹੱਲ ਸਾਡੇ ਕੋਲ ਰਹੇਗਾ। ਜੀ। ਅੱਜ ਅਸੀਂ ਹੱਲ ਜਾਂ ਸਰਕਾਰਾਂ ਤੋਂ ਲੱਭ ਰਹੇ ਹਾਂ ਜਾਂ ਮੈਡੀਕਲ ਸਾਇੰਸ ਤੋਂ ਲੱਭ ਰਹੇ ਹਾਂ, ਜੀ। ਜਿਹੜੀ ਕਿ ਸਾਡੇ ਦੇਸ਼ ਦੀ ਹੀ ਨਹੀਂ ਹੈ। ਜੀ ਸਰ। ਜਿਹੜੀ ਕੋਈ ਯੂਰਪੀਅਨ ਤੇ ਅਮਰੀਕਨ, ਉਹਨਾਂ ਦਾ ਟੈਂਪਰਾਮੈਂਟ, ਉਹਨਾਂ ਦਾ ਟੇਸਟ, ਉਹਨਾਂ ਦੀ ਫਾਰਮੇਸੀ ਸਾਰੀ ਯੂਰਪੀਅਨ ਤੇ ਅਮਰੀਕਨ। ਗੈਟਿੰਗ ਹੁਣ ਜੇ ਤੁਸੀਂ ਇੰਡੀਆ 'ਚ ਜੰਮੇ ਪਲੇ ਹੋ, ਤੁਹਾਡੀ ਭੁੱਖ, ਤੁਹਾਡੀ ਸੰਤੁਸ਼ਟੀ ਰੋਟੀ ਨਾਲ ਹੀ ਹੋਣੀ ਹੈ। ਬਿਲਕੁਲ ਸਰ। ਤੁਹਾਨੂੰ ਬ੍ਰੈਡ ਕਦੀ ਵੀ ਨਿਊਟ੍ਰੀਸ਼ਨ ਨਹੀਂ ਦੇ ਸਕਦਾ। ਜੀ ਸਰ। ਠੀਕ ਹੈ, ਤਾਂ ਸੇਮ ਉਸੇ ਤਰ੍ਹਾਂ ਹੀ ਹੈ। ਜਿਹੜੀ ਹੈਲਥ ਦੀਆਂ ਜਿਹੜੀਆਂ ਪ੍ਰੋਬਲਮਸ ਨੇ ਉਹ ਵੀ ਏਰੀਆ ਵਾਈਜ਼ ਹੁੰਦੀਆਂ ਨੇ। ਜੀ ਸਰ। ਉਹਨਾਂ ਦੇ ਜਿਹੜੇ ਟ੍ਰੀਟਮੈਂਟ ਸਿਸਟਮ ਹੁੰਦੇ ਨੇ ਜੀ, ਉਹ ਵੀ ਏਰੀਆ ਵਾਈਜ਼ ਹੁੰਦੇ ਨੇ। ਠੀਕ ਹੈ ਸਰ। ਗੈਟਿੰਗ ਕੁਦਰਤ ਦਾ ਬਹੁਤ ਅੱਛਾ ਇੱਕ ਨਿਯਮ ਹੈ, ਜਿੱਥੇ ਬਿਮਾਰੀ ਉੱਥੇ ਹੱਲ। ਕੀ ਬਾਤ। ਠੀਕ ਹੈ, ਆਪਾਂ ਕਈ ਵਾਰੀ ਸੁਣਿਆ ਕਿ ਜਿੱਥੇ ਸਾਨੂੰ ਕੋਈ ਰੋਗ ਹੋਇਆ, ਆਪਾਂ ਹਿਲ ਸਟੇਸ਼ਨ 'ਚ ਜਾਂਦੇ ਹਾਂ, ਜੀ। ਉੱਥੇ ਬਹੁਤ ਸਾਰੀਆਂ ਜੜੀ ਬੂਟੀਆਂ ਇਸ ਤਰ੍ਹਾਂ ਦੀਆਂ ਹੁੰਦੀਆਂ ਜਿੱਥੇ ਆਪਾਂ ਨੂੰ ਪਹਿਲਾਂ ਹੀ ਸਾਵਧਾਨ ਕਰ ਦਿੱਤਾ ਜਾਂਦਾ ਵੀ ਭਾਈ ਧਿਆਨ ਨਾਲ ਅਲਰਜੀ ਹੋ ਜਾਂਦੀ ਹੈ। ਬਟ ਨਾਲ ਜੇ ਉਹ ਹੋ ਵੀ ਜਾਵੇ ਤਾਂ ਉਹਦਾ ਹੱਲ ਵੀ ਨਾਲ ਹੀ ਪਿਆ ਹੁੰਦਾ। ਬਿਲਕੁਲ ਸਰ। ਠੀਕ ਹੈ, ਇਹ ਤੁਹਾਡੀ ਗੱਲ ਬਹੁਤ ਵੱਡੀ ਹੈ ਸਰ। ਤਾਂ ਸੇਮ ਹੈ ਉਸੇ ਤਰ੍ਹਾਂ ਹੀ ਜੇ ਅਸੀਂ ਇਸ ਏਸ਼ੀਆ ਦੇ ਜੰਪਲ ਹਾਂ, ਸਾਨੂੰ ਹੱਲ ਵੀ ਇੱਧਰਲੀ ਪੈਥੀ ਦੇ ਮੁਤਾਬਕ ਜਿਹੜੀ ਕਿ ਨੈਚੁਰੋਪੈਥੀ ਜਿਹਨੂੰ ਆਪਾਂ ਕਹਿ ਦਿੰਦੇ ਹਾਂ, ਠੀਕ ਹੈ, ਉਹ ਆਪਣੀ ਏਸ਼ੀਅਨ ਪੈਥੀ ਹੈਗੀ ਹੈ। ਸਾਡੇ ਜਿਹੜੇ ਰਿਸ਼ੀ ਮੁਨੀ ਸੀ, ਸਾਡੇ ਜਿਹੜੇ ਵੈਦ ਸੀ, ਸਾਡੇ ਜਿਹੜੇ ਬਜ਼ੁਰਗ ਸੀ, ਹਜ਼ਾਰਾਂ ਸਾਲ ਪਹਿਲਾਂ ਜਿਹੜੀਆਂ ਸਮੱਸਿਆਵਾਂ ਨਾਲ ਅੱਜ ਅਸੀਂ ਜੂਝ ਰਹੇ ਹਾਂ, ਉਲਝ ਰਹੇ ਹਾਂ, ਉਹਨਾਂ ਦਾ ਹੱਲ ਲਿਖ ਕੇ ਗਏ ਜੀ। ਬਟ ਅਸੀਂ ਉਹ ਗ੍ਰੰਥ, ਅੱਛਾ ਇੱਕ ਹੋਰ ਹੈਰਾਨਗੀ ਦੀ ਗੱਲ ਹੈ, ਉਹ ਗ੍ਰੰਥ ਅਸੀਂ ਨਹੀਂ ਖੋਲ੍ਹੇ, ਗੋਰਿਆਂ ਨੇ ਖੋਲ੍ਹ ਲਏ। ਠੀਕ ਹੈ, ਅੱਜ ਇਕੱਲੇ ਅਮਰੀਕਾ ਕੋਲ ਹਲਦੀ ਦੇ 13 ਪੇਟੈਂਟ ਨੇ ਜੀ, ਇੰਡੀਆ ਕੋਲ ਇੱਕ ਵੀ ਨਹੀਂ। ਤੇ ਹਲਦੀ ਹਰਬ ਕਿਹੜੇ ਦੇਸ਼ ਦੀ ਹੈ, ਕਿਹੜੇ ਏਰੀਏ ਦੀ ਹੈ? ਏਸ਼ੀਆ ਦੀ ਜੀ। ਇਨ ਫਿਊਚਰ ਜਦੋਂ ਅਗਲੀ ਪੀੜ੍ਹੀ ਪੜ੍ਹੇਗੀ ਹਲਦੀ ਬਾਰੇ ਤਾਂ ਉਹਨਾਂ ਨੂੰ ਇਹ ਨਹੀਂ ਹੋਏਗਾ ਕਿ ਇਹ ਏਸ਼ੀਆ ਦਾ ਸੀ, ਇੰਡੀਆ ਦੀ ਹਰਬ। ਉਹ ਕਹਿੰਦੇ ਅਮਰੀਕਾ ਦੀ ਹਰਬ। ਆਪਾਂ ਨਾਰਮਲ ਕਿੰਨੇ ਵੀ ਸੱਟ ਲੱਗਣ ਤੋਂ ਬਾਅਦ ਹਲਦੀ ਵਾਲਾ ਦੁੱਧ ਪਿਆ ਦਿਓ ਜੀ, ਆਪਾਂ ਨੂੰ ਤਾਂ ਹੁਣ ਇੰਨੀ ਕੁ ਜਾਣਕਾਰੀ ਹੈ ਜੀ। ਪਰ ਇਹਦੀ ਇੰਨੀ ਬਰੀਫਲੀ ਜਿੱਦਾਂ ਤੁਸੀਂ ਜਾਣਕਾਰੀ ਰੱਖਦੇ ਹੋ ਤਾਂ ਹਲਦੀ ਦੇ ਰਾਹੀਂ ਆਪਾਂ ਬਹੁਤ ਸਾਰੀਆਂ ਚੀਜ਼ਾਂ ਠੀਕ ਕਰ ਸਕਦੇ ਹਾਂ ਫਿਰ। ਤੇ ਇਹ ਸਰ ਜਿਹੜੀ ਨੈਚੁਰਲ ਐਲੋਪੈਥੀ ਜਿੱਦਾਂ ਤੁਸੀਂ ਜ਼ਿਕਰ ਕੀਤਾ, ਇਹਦਾ ਕਿਤੇ ਨਾ ਕਿਤੇ ਇਹਨਾਂ ਦਾ ਸੰਬੰਧ ਮੈਨੂੰ ਲੱਗਦਾ ਹੈ ਕਿ ਆਯੁਰਵੇਦ ਨਾਲ ਰਲਦਾ, ਜਿਵੇਂ ਕਿ ਤੁਸੀਂ ਕਹਿ ਰਹੇ ਹੋ, ਮੈਨੂੰ ਲੱਗਦਾ ਹੈ ਕਿ ਕੁਝ ਹੈਗਾ ਜਾਂ ਇਹ ਲੱਗ ਆ ਜੀ ਇਹ ਸਾਰਾ? ਕਿਸ ਚੀਜ਼ ਦਾ? ਤੁਸੀਂ ਨੈਚੁਰੋਪੈਥੀ ਦੀ ਗੱਲ? ਨੈਚੁਰੋਪੈਥੀ ਦੀ। ਨੈਚੁਰੋਪੈਥੀ ਦੇਖੋ, ਜਿੰਨੀਆਂ ਵੀ ਪੈਥੀਜ਼ ਨੇ ਉਹ ਨੈਚੁਰੋਪੈਥੀ ਚੋਂ ਨਿਕਲੀਆਂ ਹੋਈਆਂ। ਠੀਕ ਹੈ ਜੀ। ਜਿੰਨੀਆਂ ਵੀ ਪੈਥੀਜ਼ ਉਹ ਨੈਚੁਰੋਪੈਥੀ ਚੋਂ ਨਿਕਲੀਆਂ ਹੋਈਆਂ। ਠੀਕ ਹੈ ਜੀ। ਜਿਵੇਂ ਸਮਾਂ ਬਦਲਦਾ ਗਿਆ, ਇਹਨੂੰ ਛੋਟੀ ਜਿਹੀ ਮੈਂ ਸਟੋਰੀ ਦੇ ਨਾਲ ਐਕਸਪਲੇਨ ਕਰੂ, ਜਲਦੀ ਸਮਝ ਆ ਜਾਏਗਾ। ਠੀਕ ਹੈ ਸਰ। ਜਦੋਂ ਆਪਾਂ ਰਾਮ ਔਰ ਰਾਵਣ ਦੀ ਬਾਰੇ ਸੁਣਦੇ ਹਾਂ, ਠੀਕ ਹੈ, ਹੁਣ ਰਾਵਣ ਦੀ ਜਿਹੜੀ ਹੈਬਿਟ ਸੀ ਉਹ ਸੀ ਅਯਾਸ਼ੀ ਵਾਲੀ। ਹਾਂਜੀ, ਠੀਕ ਹੈ, ਉਹ ਮਧੁਰਾ ਵੀ ਲੈਂਦਾ ਸੀ, ਜਿਹਨੂੰ ਸ਼ਰਾਬ ਕਹਿੰਦੇ, ਠੀਕ ਹੈ, ਉਹ ਲੈਂਦਾ ਸੀ। ਉਸ ਤੋਂ ਪਹਿਲਾਂ ਜਦੋਂ ਇਨਸਾਨ ਜੰਗਲਾਂ ਨਾਲ ਜੁੜਿਆ ਹੋਇਆ ਸੀ, ਉੱਥੇ ਖਾਂਦਾ ਸੀ, ਉੱਥੇ ਇੱਕ ਰੋਗ ਲੱਗਦਾ ਸੀ, ਪੱਤੇ ਖਾ ਕੇ ਠੀਕ ਹੋ ਜਾਂਦਾ ਸੀ। ਠੀਕ ਹੈ ਸਰ। ਠੀਕ ਹੈ, ਲੇਕਿਨ ਜਿਵੇਂ ਸਮਾਂ ਬਦਲਿਆ ਗਿਆ, ਹੁਣ ਜਿਹੜਾ ਰਾਵਣ ਸੀ ਉਹ ਕਹਿੰਦਾ ਸੀ ਵੀ ਹੁਣ ਵੈਦ ਸਾਰਿਆਂ ਕੋਲ, ਰਾਜਿਆਂ ਕੋਲ ਹੁੰਦੇ ਆ ਜੀ ਪੱਕੇ। ਉਹ ਕਹਿੰਦਾ ਹੁਣ ਨੈਚੁਰਲ ਜਿਹੜੀ ਚੀਜ਼ ਨਸ਼ੇ ਵਾਲੀ ਆ ਉਹ ਸਰੀਰ ਲਈ ਤਾਂ ਹਾਰਮਫੁਲ ਹੈ। ਹਾਂਜੀ, ਚਾਹੇ ਉਹ ਅੱਜ ਦੀ ਸਦੀ ਹੈ, ਚਾਹੇ ਉਹ ਦੁਆਪਰ ਯੁੱਗ ਹੈ, ਚਾਹੇ ਤ੍ਰੇਤਾ ਯੁੱਗ ਹੈ ਨਾ। ਤਾਂ ਉਹਨੇ ਇਹ ਕਿਹਾ ਕਿ ਮੈਂ ਸ਼ਰਾਬ ਵੀ ਬੰਦ ਨਹੀਂ ਕਰਨੀ, ਮੈਂ ਅਯਾਸ਼ੀ ਵੀ ਬੰਦ ਨਹੀਂ ਕਰਨੀ, ਪਰ ਇਹਨੂੰ ਲੈ ਕੇ ਜਿਹੜੇ ਰੋਗ ਮੇਰੇ ਅੰਦਰ ਆ ਰਹੇ ਨੇ, ਹਾਂਜੀ, ਉਹਦੇ ਲਈ ਦਵਾਈ ਤੁਸੀਂ ਬਣਾਓ। ਉਦੋਂ ਫਿਰ ਆਯੁਰਵੇਦ ਆਇਆ। ਉਸ ਤੋਂ ਬਾਅਦ ਆਯੁਰਵੇਦ ਆਇਆ ਜੀ। ਠੀਕ ਹੈ, ਠੀਕ ਹੈ। ਮਤਲਬ ਜਿਹੜਾ ਬੰਦਾ ਕਹਿੰਦਾ ਵੀ ਮੈਂ ਆਦਤਾਂ ਵੀ ਨਹੀਂ ਬਦਲਣੀਆਂ, ਹਾਂਜੀ, ਹੁਣ ਕਾਰਨ ਕੀ ਸੀ ਕਿ ਉਹਦਾ ਨਸ਼ਾ ਵੀ ਹਰਬਲ ਦੀ ਤਰ੍ਹਾਂ ਹੁੰਦਾ ਸੀ, ਹਾਂਜੀ, ਅੱਜ ਵਾਲਾ ਨਹੀਂ ਸੀ। ਹਾਂਜੀ, ਇਹਨੂੰ ਤੁਸੀਂ ਹੁਣ ਮੈਂ ਅੱਜ ਨਾਲ ਰਿਲੇਟ ਕਰਦਾ। ਹਾਂਜੀ, ਬੰਦਾ ਕਹਿੰਦਾ ਜੀ ਮੈਂ ਚਾਹ ਨਹੀਂ ਛੱਡਣੀ, ਬੰਦਾ ਕਹਿੰਦਾ ਜੀ ਮੈਂ ਸ਼ਰਾਬ ਨਹੀਂ ਛੱਡਣੀ, ਹਾਂਜੀ, ਬੰਦਾ ਕਹਿੰਦਾ ਜੀ ਮੈਂ ਫਾਸਟ ਫੂਡ ਨਹੀਂ ਛੱਡਣਾ, ਹਾਂਜੀ, ਮੈਂ ਆਦਤਾਂ ਨਹੀਂ ਬਦਲਣਾ ਚਾਹੁੰਦਾ, ਫਿਰ ਉਹਦੇ ਲਈ ਐਲੋਪੈਥੀ ਆਈ। ਠੀਕ ਹੈ ਜੀ। ਠੀਕ ਹੈ, ਵੀ ਗਲਤ ਖਾਓਗੇ ਐਸਿਡ ਬਣੇਗਾ, ਹਾਂਜੀ, ਕਹਿੰਦੇ ਕੈਪਸੂਲ ਲੈ ਲਈ। ਠੀਕ ਹੈ, ਓਵਰਵਰਕ ਕਰੋਗੇ ਜਾਂ ਲਗਾਤਾਰ ਟੀਵੀ ਮੋਬਾਈਲ ਦੇਖੀ ਚੱਲੋਗੇ, ਅੱਖਾਂ 'ਚ ਪ੍ਰੋਬਲਮ ਆਏਗੀ। ਠੀਕ ਹੈ, ਤੁਹਾਡੇ ਡਿਪਰੈਸ਼ਨ ਵੱਲ ਜਾਓਗੇ, ਹਾਂਜੀ, ਤੁਹਾਡੀ ਜਿਹੜੀ ਬ੍ਰੇਨ ਦੀ ਕੰਸਨਟ੍ਰੇਸ਼ਨ ਲੈਵਲ ਘਟੇਗਾ, ਉਹ ਕਹਿੰਦੇ ਜੀ ਗੋਲੀ ਲੈ ਲਈ। ਠੀਕ ਹੈ, ਤਾਂ ਐਲੋਪੈਥੀ ਐਮਰਜੈਂਸੀ ਲਈ ਆਈ ਔਰ ਇਸ ਤਰ੍ਹਾਂ ਦੇ ਲੋਕਾਂ ਲਈ ਆਈ। ਠੀਕ, ਜਿਹੜਾ ਕਹਿੰਦਾ ਮੈਂ ਆਦਤਾਂ ਨਹੀਂ ਬਦਲਣੀਆਂ ਜੀ, ਬਟ ਜਿਹੜਾ ਕਹਿੰਦਾ ਮੈਂ ਆਦਤਾਂ ਬਦਲ ਸਕਦਾ, ਬਟ ਮੈਨੂੰ ਪਤਾ ਨਹੀਂ ਲੱਗਿਆ ਮੈਂ ਬਿਮਾਰ ਕਿਵੇਂ ਹੋ ਗਿਆ, ਮੈਨੂੰ ਆਦਤਾਂ ਤਾਂ ਉਹਨਾਂ ਨੂੰ ਫਿਰ ਆਪਾਂ ਨੈਚੁਰੋਪੈਥੀ ਦੇ ਰਾਹ ਦੇ ਨੌਲੇਜ ਦੇ ਨਾਲ, ਗਿਆਨ ਨਾਲ ਜੋੜ ਕੇ
ਉਹ ਆਪਣੇ ਸਰੀਰ ਤੇ ਫਿਰ ਉਹ ਆਪ ਕੰਮ ਕਰਦੇ ਨੇ। ਠੀਕ ਹੈ ਸਰ। ਹਾਂ, ਇਹ ਹੈ ਮੇਨ ਜੋ ਆਪਣਾ ਕੰਮ ਕਰਨ ਦਾ ਤਰੀਕਾ, ਜੋ ਕੋਰਸਸ 'ਚ ਪੜ੍ਹਦੇ ਨੇ। ਵੱਡੀ ਚੀਜ਼ ਹੈ ਜਿੰਨਾ ਵੀ ਸਿਲੇਬਸ ਹੈ ਉਹ ਫਿਲਹਾਲ ਤਾਂ ਅਸੀਂ ਹਿੰਦੀ 'ਚ ਪ੍ਰੋਵਾਈਡ ਕਰਵਾਇਆ ਹੋਇਆ ਹੈ। ਹਿੰਦੀ ਦੇ ਵਿੱਚ? ਹਾਂ, ਔਰ ਕਈ ਵਾਰੀ ਸਾਡੇ ਸਟੂਡੈਂਟਸ ਸਾਨੂੰ ਕੁਐਸਚਨ ਕਰਦੇ ਕਿ ਸਰ ਇਹਨੂੰ ਆਪਾਂ, ਕਿਉਂਕਿ ਆਪਾਂ ਇਹ ਚੀਜ਼ ਬੋਲਦੇ ਹਾਂ ਕਿ ਅਸੀਂ ਰੀਜਨਲ ਲੈਂਗੁਏਜ 'ਚ ਨੌਲੇਜ ਦੇਣੀ ਹੈ। ਹਾਂਜੀ। ਇਹ ਐਜੂਕੇਸ਼ਨ ਸਾਰੀ ਲੋਕਲ ਲੈਂਗੁਏਜ ਪ੍ਰੋਵਾਈਡ ਕਰਵਾਉਣੀ ਹੈ, ਬਟ ਬਹੁਤ ਸਾਰੀਆਂ ਬੁੱਕਸ ਅੱਜ ਵੀ ਸਾਡੇ ਕੋਲ ਹਿੰਦੀ 'ਚ ਹੀ ਨੇ। ਠੀਕ ਹੈ ਸਰ। ਲੇਕਿਨ ਜਿਹੜੇ ਕਲਾਸਿਸ ਹੁੰਦੀਆਂ ਨੇ ਉਹ ਸਾਰੀਆਂ ਪੰਜਾਬੀ 'ਚ ਹੁੰਦੀਆਂ। ਪੰਜਾਬੀ ਦੇ ਵਿੱਚ ਬੋਲਦੇ ਪਰ ਉੱਥੇ ਜਿਹੜੀ ਅਸੀਂ ਪ੍ਰੈਜੈਂਟੇਸ਼ਨ ਆਪ ਬਣਾਉਣੀ ਉਹ ਪੰਜਾਬੀ 'ਚ ਬਣਾਉਂਦੇ ਹਾਂ ਜੀ। ਤਾਂ ਮੈਂ ਉਹਨਾਂ ਨੂੰ ਅਕਸਰ ਇਹ ਗੱਲ ਸੁਣਾਉਣਾ ਹੁੰਦਾ ਕਿ ਹੁਣ ਤੱਕ, ਕਿਉਂਕਿ ਪੰਜਾਬ ਦੇ ਵਿੱਚ ਪੰਜਾਬੀ ਦੇ ਵਿੱਚ ਬਹੁਤ ਘੱਟ ਲਿਟਰੇਚਰ ਮਿਲੇਗਾ ਹੈਲਥ ਨਾਲ ਰਿਲੇਟਡ ਜੀ, ਖਾਸ ਕਰ ਨੈਚੁਰਲ ਸਾਇੰਸ ਨਾਲ ਰਿਲੇਟਡ। ਹਿੰਦੀ ਮਿਲੇਗੀ, ਸੰਸਕ੍ਰਿਤੀ ਮਿਲੇਗੀ, ਆਯੁਰਵੇਦ ਤੇ ਜੋ ਸਾਨੂੰ ਮਿਲਦਾ। ਤਾਂ ਮੈਂ ਉਹਨਾਂ ਨੂੰ ਹਮੇਸ਼ਾ ਗੱਲ ਕਹਿਣਾ, ਮੈਂ ਕਿਹਾ ਹੁਣ ਅਜੇ ਤੱਕ ਪੰਜਾਬ ਨੇ ਹੈਲਥ ਦੀ ਕਿਤਾਬ ਮੰਗੀ ਹੀ ਨਹੀਂ। ਪੰਜਾਬ ਨੇ ਆਈਲੈਟਸ ਦੀ ਕਿਤਾਬ ਮੰਗੀ। ਆਈਲੈਟਸ ਦੀ ਮੰਗੀ ਸਰ। ਠੀਕ ਹੈ। ਹਾਂਜੀ। ਪੰਜਾਬ ਨੇ ਸ਼ਰਾਬ ਮੰਗੀ। ਸ਼ਰਾਬ ਮੰਗੀ ਸਰ। ਠੀਕ ਹੈ, ਤੇ ਉਹੀ ਮਿਲੇਗਾ। ਹਾਂਜੀ। ਅੱਜ ਤੱਕ ਕਿਸੇ ਨੇ ਹੈਲਥ ਦੀ ਕਿਤਾਬ ਮੰਗੀ ਹੀ ਨਹੀਂ ਤੇ ਕਿਸੇ ਨੇ ਉਹਨੂੰ ਉਹਦੇ 'ਚ ਟ੍ਰਾਂਸਲੇਟ ਕੀਤਾ ਹੀ ਨਹੀਂ। ਹਾਂਜੀ। ਠੀਕ, ਆਪਾਂ ਨੂੰ ਪਰਮੇਸ਼ਰ ਨੇ ਮੌਕਾ ਦਿੱਤਾ, ਆਪਾਂ ਕਰਾਂਗੇ। ਠੀਕ ਹੈ, ਤਾਂ ਅਸੀਂ ਹੁਣ ਅੱਗੇ ਜਿਹੜਾ ਲਿਟਰੇਚਰ ਆ ਉਹਨੂੰ ਆਹਿਸਤਾ ਆਹਿਸਤਾ ਪੰਜਾਬੀ 'ਚ ਕਨਵਰਟ ਕਰਕੇ ਕਾਮਨ ਮੈਨ ਪਿੰਡਾਂ ਦੇ ਲੋਕਾਂ ਨੂੰ ਵੀ ਪੜ੍ਹਨ ਦੇ ਲਈ ਉਸ ਤੋਂ ਬਾਅਦ ਅਸੀਂ ਪਿੰਡਾਂ 'ਚ ਕੈਂਪ ਵੀ ਸ਼ੁਰੂ ਕਰਨ ਜਾ ਰਹੇ ਹੈਗੇ ਠੀਕ ਹੈ। ਕੰਪੇਨ ਦੇ ਰੂਪ ਦੇ ਵਿੱਚ, ਜਿਹਦੇ 'ਚ 12,000 ਪਿੰਡ ਨੇ, ਤਾਂ ਉਹਨੂੰ ਅਸੀਂ ਕੰਪੇਨ ਦੇ ਰੂਪ 'ਚ ਕਵਰ ਕਰਾਂਗੇ, ਜਿਹਨੂੰ ਅਸੀਂ 1 ਸਾਲ ਦਾ ਪੂਰਾ ਪਲਾਨ ਬਣਾ ਕੇ ਠੀਕ ਹੈ ਅੱਗੇ ਸੰਸਥਾ ਵੱਲੋਂ ਕੋਸ਼ਿਸ਼ ਕਰ ਰਹੇ, ਜਿਹਦੇ ਵਿੱਚ ਲੋਕਾਂ ਨੂੰ ਉਹਨਾਂ ਦੇ ਵਿਗੜੇ ਹੋਏ ਲੱਛਣ ਬਾਰੇ ਜਾਗਰੂਕ ਕੀਤਾ ਜਾਏਗਾ ਕਿ ਕਿਹੜੇ ਰੋਗ 'ਚ ਕਿਹੜਾ ਤੁਹਾਡਾ ਲੱਛਣ ਹੈ ਤੇ ਕਿਹੜਾ ਰੋਗ ਹੈ। ਠੀਕ ਹੈ ਸਰ। ਕਿਉਂਕਿ ਫਿਲਹਾਲ ਤਾਂ ਇਹ ਬਹੁਤ ਵੱਡੀ ਪੇਸ਼ੈਂਟ ਦੇ ਵਿੱਚ ਕਨਫਿਊਜ਼ਨ ਹੁੰਦੀ ਹੈ ਕਿ ਰੋਗ ਕਿਹੜਾ, ਲੱਛਣ ਕਿਹੜਾ। ਜੀ ਤਾਂ ਸਰ। ਜੇ ਲੱਛਣ ਸਮਝਾ ਦਿੱਤਾ ਜਾਵੇ ਵੀ ਇਹ ਲੱਛਣ ਹੈ, ਰੋਗ ਨਹੀਂ ਹੈ, ਉਹਨੂੰ ਆਪੇ ਠੀਕ ਕਰ ਲੇਗਾ। ਉਹਦੇ ਤੌਰ ਤਰੀਕੇ ਨੂੰ ਸਮਝਾਏ ਜਾਣਗੇ ਉਹਨਾਂ ਦੀ ਭਾਸ਼ਾ 'ਚ। ਤਾਂ ਇਹਦੇ ਨਾਲ ਅਸੀਂ ਬਹੁਤ ਵੱਡੇ ਲੈਵਲ ਦੇ ਉੱਤੇ ਜਲਦੀ ਜਿਹੜੀ ਹਾਈਲੀ ਕੰਜ਼ੰਪਸ਼ਨ ਹੈ ਐਲੋਪੈਥੀ ਦੀ, ਔਰ ਜਿਹੜੀ ਇਹ ਲੁੱਟਮਾਰ ਹੈ ਐਕਚੁਅਲ ਦੇ ਵਿੱਚ, ਕਿਉਂਕਿ ਜਿੰਨੀਆਂ ਵੀ ਅੱਜ ਕੰਜ਼ੰਪਸ਼ਨ ਹੈ, ਹੁਣ ਦੇਖੋ ਦੁਨੀਆ ਦੇ ਵਿੱਚ ਜਿੰਨੀਆਂ ਵੀ ਐਲੋਪੈਥਿਕ ਪ੍ਰੋਡਕਸ਼ਨ ਹੈ ਮੈਡੀਸਿਨ ਦੀ, ਹਾਂਜੀ, ਉਹਦਾ 60% ਲਾਗਤ ਇੰਡੀਆ 'ਚ ਹੈ। ਇੰਨੀ ਜ਼ਿਆਦਾ ਸਰ? ਹਾਂਜੀ, ਔਰ ਉਸ 60% ਦਾ ਅੱਗੇ 60% ਗਲੇ ਪੰਜਾਬ 'ਚ। ਓਕੇ ਸਰ। ਤਾਂ ਹੀ ਮੇਰਾ ਨਾ ਫਰੈਂਡ ਇੱਕ ਬਾਹਰ ਸੀ, ਤਾਂ ਉਹਨਾਂ ਦੇ ਮਾਤਾ ਜੀ ਬਿਮਾਰ ਹੋ ਗਏ ਜੀ ਕੈਨੇਡਾ। ਉੱਥੇ ਹੁਣ ਉਹ ਟ੍ਰੀਟਮੈਂਟ ਛੇਤੀ ਸ਼ੁਰੂ ਨਹੀਂ ਕਰਦੇ ਸਰ ਜੀ, ਤੇ ਉਹਨਾਂ ਨੂੰ ਜਲਦੀ ਟ੍ਰੀਟਮੈਂਟ ਚਾਹੀਦਾ ਸੀ ਵੀ ਪਹਿਲਾਂ ਹੀ ਟੈਸਟ ਟੁਸਟ ਕਰਾਉਣ ਤੋਂ ਪਹਿਲਾਂ ਹੀ ਦਾਖਲ ਹੋ ਜਾਣ ਤੇ ਸਾਰੇ ਐਂਟੀਬਾਇਓਟਿਕ ਚੀਜ਼ਾਂ ਚੱਲ ਪੈਣ। ਜੀ, ਤਾਂ ਉਹਨਾਂ ਨੇ ਫਿਰ ਪੰਜਾਬ 'ਚ ਜਿਵੇਂ ਟਿਕਟ ਲਈ ਤੇ ਉਹ ਪੰਜਾਬ 'ਚ ਆ ਗਏ। ਇਹ ਵੀ ਮੈਨੂੰ ਲੱਗਦਾ ਕਿ ਤੁਹਾਡੀ ਗੱਲ ਨਾਲ ਰਿਲੇਟ ਕਰਦਾ ਜੀ, ਜੀ, ਕਿ ਆਪਣੇ ਲੋਕ ਜਿਹੜੇ ਇੱਥੋਂ ਦੇ ਉਹ ਹਾਂ, ਜ਼ਿਆਦਾ ਉਹ ਤਾਂ ਐਲੋਪੈਥੀ ਵੱਲ ਜ਼ਿਆਦਾ ਝੁਕਾਅ ਐਨਆਰਆਈ ਦੇ ਇੱਧਰ ਆਉਣ ਦਾ ਮਕਸਦ ਹੁੰਦਾ ਹੈ ਹਾਂਜੀ। ਕਿ ਇੱਕ ਤਾਂ ਜਲਦੀ, ਇੱਕ ਸਸਤਾ। ਠੀਕ ਹੈ ਇਹ ਦੋਨੇ ਚੀਜ਼ਾਂ ਦੋ ਕੰਸਰਨ ਕਰ ਜਾਂਦੀਆਂ ਨੇ। ਹਾਂਜੀ। ਲੇਕਿਨ ਵੱਡੀ ਚੀਜ਼ ਕੀ ਹੈਗੀ ਹੈ ਕਿ ਅਸੀਂ ਉਸ ਧਰਤੀ ਤੇ ਕੈਮੀਕਲ ਨਾਲ ਠੀਕ ਹੋਣ ਬਾਰੇ ਸੋਚ ਰਹੇ ਹਾਂ, ਹਾਂਜੀ। ਜਿਹੜੀ ਧਰਤੀ ਦੀ ਮਿੱਟੀ ਵੀ ਇੱਕ ਹਰਬ ਦਾ ਕੰਮ ਕਰਦੀ ਹੈ। ਠੀਕ ਹੈ ਜੀ। ਠੀਕ ਹੈ, ਪਹਿਲਾਂ ਬਜ਼ੁਰਗ ਆਮ ਕਹਿੰਦੇ ਸੀ ਅਗਰ ਪਸਲੀ ਦੀ ਸੱਟ ਲੱਗ ਗਈ ਹੈ, ਹਾਂਜੀ, ਹੱਡੀ ਦੀ ਸੱਟ ਲੱਗ ਗਈ ਹੈ, ਤੁਸੀਂ ਡਿੱਗ ਪਿਓ ਹਾਂਜੀ, ਤਾਂ ਗਰਮ ਦੁੱਧ 'ਚ ਹਲਦੀ ਘੋਲ ਕੇ ਹਾਂਜੀ। ਪੀ ਲਓ। ਹਾਂਜੀ। ਠੀਕ ਹੈ, ਉਹ ਇਹ ਚੀਜ਼ਾਂ ਸਾਡੀ ਕਾਮਨ ਭਾਸ਼ਾ 'ਚ ਸੀ। ਜੀ ਸਰ। ਸਾਡੀ ਜਿਹੜੀ ਕਿਚਨ ਸੀ, ਰਸੋਈ ਸੀ, ਹਾਂਜੀ। ਉਹ ਸਾਡਾ ਦਵਾਖਾਨਾ ਸੀ। ਦਵਾ ਕਰਨਾ ਸੀ, ਬਿਲਕੁਲ ਸਰ, ਸਹੀ ਗੱਲ ਹੈ। ਠੀਕ ਹੈ, ਅੱਜ ਜੇ ਅਮਰੀਕਾ ਨੇ ਹਲਦੀ ਦੇ 13 ਪੇਟੈਂਟ ਲਏ ਨੇ, ਉਹ ਹਾਂਜੀ। ਕਿਚਨ ਪ੍ਰੋਡਕਟ ਕਰਕੇ ਨਹੀਂ ਲਏ, ਉਹ 13 ਪੇਟੈਂਟ ਇਸ ਕਰਕੇ ਲਿਆ ਕਿ R&D 'ਚ ਪਤਾ ਲੱਗਾ ਕੈਂਸਰ ਨੂੰ ਠੀਕ ਕਰਨ ਲਈ ਦਵਾਈ ਇਹ 'ਚ ਹੈ। ਅੱਛਾ, ਕੈਂਸਰ ਨੂੰ ਆਪਾਂ ਹਲਦੀ ਦੇ ਰਾਹੀਂ ਵੀ ਠੀਕ ਕਰ ਸਕਦੇ ਹਾਂ, ਉਹਦੇ 'ਚ ਇਹ ਤਾਂ ਬਹੁਤ ਵੱਡੀ ਕੁਰਕੁਮਿਨ ਕੁਰਕੁਮਿਨ ਨਾਮ ਦਾ ਜਿਹੜਾ ਕੰਪਾਊਂਡ ਹੈ ਉਹਦੇ 'ਚ ਪਾਇਆ ਜਾਂਦਾ। ਠੀਕ ਹੈ ਸਰ। ਉਹ ਕੁਰਕੁਮਿਨ ਕਰਕੇ ਹੀ ਉਹ ਐਂਟੀਸੈਪਟਿਕ ਹੈ। ਠੀਕ ਹੈ ਸਰ। ਠੀਕ ਹੈ, ਐਂਟੀ ਕੈਂਸਰਸ ਹੈ। ਤਾਂ ਉਹਦੇ ਵਿੱਚ ਤੱਤ ਪਾਏ ਗਏ ਤਾਂ ਉਹਨਾਂ ਨੇ ਪੇਟੈਂਟ ਲੈ ਲਿਆ, ਇਹਨੂੰ ਪੇਟੈਂਟ ਕਰਵਾਓ ਜਲਦੀ ਜਲਦੀ, ਹੋਰ ਕੋਈ ਕੰਟਰੀ ਪੇਟੈਂਟ ਲੈ ਲੇ। ਠੀਕ ਹੈ ਤੇ ਹਰਬ ਕਿਹਦੀ ਸੀ? ਸਾਡੇ ਮੁਲਕ ਦੀ, ਸਾਡੀ ਜੀ। ਹਾਂ, ਬਿਲਕੁਲ। ਹਾਂ, ਤੇ ਹੁਣ ਸਾਡਾ ਇਹਨਾਂ ਚੀਜ਼ਾਂ ਤੇ ਫੋਕਸ ਨਹੀਂ ਕਿਉਂ? ਫੋਕਸ ਕਿਉਂ ਨਹੀਂ? ਕਿਉਂਕਿ ਮਾਹੌਲ ਨਹੀਂ। ਮਾਹੌਲ ਹਰ ਚੀਜ਼ ਪਹਿਲਾਂ ਮਾਹੌਲ ਕ੍ਰੀਏਟ ਕਰਕੇ ਦੇਣਾ ਪਏਗਾ। ਉਦਾਹਰਨ ਦਿੰਦਾ, ਸਾਡੇ ਕੋਲ ਬਹੁਤ ਸਾਰੇ ਪੇਸ਼ੈਂਟ ਆਉਂਦੇ ਸੈਂਟਰ ਦੇ ਵਿੱਚ। ਜੀ ਸਰ। ਉਹ ਕਹਿੰਦੇ ਡਾਕਟਰ ਸਾਹਿਬ ਮੈਂ ਪਿਛਲੇ 2 ਘੰਟੇ ਤੋਂ ਵੇਟਿੰਗ 'ਚ ਹਾਂ, ਤਾਂ ਜਦੋਂ ਮੇਰੇ ਕੋਲ ਪਹੁੰਚਦਾ ਇਹ ਬੋਲਦੇ ਨੇ ਬਹੁਤ ਸਾਰੇ ਪੇਸ਼ੈਂਟ, ਕਹਿੰਦੇ ਜੀ ਮੈਂ ਇੱਥੋਂ ਦਾ ਔਰਾ ਦੇਖ ਕੇ ਸਭ ਮੈਨੂੰ ਪਹਿਲਾਂ ਹੀ ਫੀਲਿੰਗ ਆ ਗਈ ਕਿ ਮੈਂ ਠੀਕ ਹੋ ਸਕਦਾ। ਅੱਛਾ, ਇੰਨੀ ਪੋਜ਼ਿਟਿਵਿਟੀ ਹੈ ਔਰਾ, ਕਿਉਂਕਿ ਜਿਹੜੇ ਠੀਕ ਹੋਏ ਹੁੰਦੇ ਉਹ ਵੀ ਉੱਥੇ ਬੈਠੇ ਹੁੰਦੇ। ਹਾਂਜੀ। ਠੀਕ ਹੈ, ਜਿਹੜੇ ਨਵੇਂ ਆਏ ਉਹ ਵੀ ਉੱਥੇ ਬੈਠੇ। ਜੀ ਸਰ। ਉਹ ਕਹਿੰਦੇ ਜੀ ਔਰਾ ਜਿਹੜਾ ਹੈਗਾ ਉੱਥੇ ਮੈਨੂੰ ਫੀਲ ਹੋ ਲੱਗਾ ਮੈਂ ਠੀਕ ਹੋ ਸਕਦਾ। ਮੇਰੇ ਕੋਲ ਤਾਂ ਪਹੁੰਚੇ ਹੀ 2 ਘੰਟੇ ਬਾਅਦ ਵੇਟ ਕਰਕੇ। ਠੀਕ ਹੈ, ਤਾਂ ਉਹਦਾ ਕਾਰਨ ਕੀ ਹੈਗਾ ਕਿ ਅਸੀਂ ਇੱਥੇ ਮਾਹੌਲ ਉਸ ਤਰ੍ਹਾਂ ਦਾ ਕ੍ਰੀਏਟ ਕੀਤਾ ਹੈ। ਤਾਂ ਮਾਹੌਲ ਬਹੁਤ ਵੱਡਾ ਕੰਮ ਕਰਦਾ। ਮਾਹੌਲ ਤੋਂ ਬਾਅਦ ਤੁਸੀਂ ਇੰਪਲੀਮੈਂਟੇਸ਼ਨ ਵੱਲ ਜਾਂਦੇ ਹੋ। ਜੀ। ਠੀਕ ਹੈ, ਤਾਂ ਜਦੋਂ ਅਸੀਂ ਨੈਚੁਰਲ ਹੈਲਥ ਸਾਇੰਸ ਦੇ ਉੱਤੇ ਮਾਹੌਲ ਦੇ ਦਾਂਗੇ, ਲੋਕ ਆ ਜਾਣਗੇ। ਕਈ ਵਾਰੀ ਆਪਾਂ ਕਹਿੰਦੇ ਜੀ ਨਹੀਂ ਲੋਕ ਨਹੀਂ ਮੰਨਦੇ ਆ। ਸਾਡਾ 80% ਕੰਮ ਪਿੰਡਾਂ 'ਚ ਆ। ਓਕੇ। ਹਾਂ, ਪਿਛਲੇ 8 ਸਾਲ ਤੋਂ ਅਸੀਂ 80% ਜਿਹੜੀ ਕੰਪੇਨ ਚਲਾਈ ਉਹ ਪਿੰਡਾਂ 'ਚ ਚਲਾਈ।
ਠੀਕ ਹੈ ਸਰ। ਲੋਕ ਮੰਨੇ, ਐਕਸੈਪਟ ਕੀਤਾ, ਸਾਥ ਦਿੱਤਾ, ਅੱਜ ਵੀ ਸਾਡੇ ਨਾਲ ਨੇ। ਉਹਨਾਂ 'ਚ ਬਹੁਤ ਸਾਰੇ ਅੱਜ ਹੈਲਥ ਕਾਉਂਸਲਰ ਨੇ, ਹਾਂਜੀ ਉਹ ਕੋਰਸਸ ਦੇ ਵਿੱਚ ਨੇ, ਹਾਂਜੀ ਉਹ ਬਹੁਤ ਸਾਰੇ ਲੋਕ ਤਾਂ ਲੋਕ ਆਉਣਾ ਚਾਹੁੰਦੇ ਆ, ਲੇਕਿਨ ਪਹਿਲਾਂ ਇੱਕ ਮਾਹੌਲ ਉਹਨਾਂ ਨੂੰ ਇੱਕ ਮਾਹੌਲ 'ਚ ਐਡ ਕਰਨਾ ਪਏਗਾ, ਉਸ ਤੋਂ ਬਾਅਦ ਉਹਨਾਂ 'ਤੇ ਰੰਗ ਚੜ੍ਹ ਜਾਂਦਾ। ਜਿਵੇਂ ਬੁਰੀ ਸੰਗਤ ਦਾ ਬੁਰਾ ਪ੍ਰਭਾਵ, ਬੁਰਾ ਨਤੀਜਾ, ਚੰਗੀ ਦਾ ਚੰਗਾ, ਸੇਮ ਉਸੇ ਤਰ੍ਹਾਂ ਹੀ ਹੈ। ਇਹ ਸਰ ਇਹ ਤਾਂ ਬਹੁਤ ਵੱਡਾ ਤੁਸੀਂ ਇੱਕ ਜਿਵੇਂ ਕਿ ਇਹਦੇ ਨਾਲ ਵੀ ਆਰਗੇਨਾਈਜੇਸ਼ਨ ਨਾਲ ਰਲ ਕੇ, ਜਿੱਦਾਂ ਕਿ ਬਹੁਤ ਸਾਰੇ ਬੇਰੁਜ਼ਗਾਰ ਜਿਨ੍ਹਾਂ ਨੇ ਆਪਣਾ, ਜਿੱਦਾਂ ਤੁਸੀਂ ਕਿਹਾ ਕਿ ਹੈਲਥ ਕਾਉਂਸਲਰ ਬਣੇ ਆ, ਤੇ ਇੱਦਾਂ ਕਰਕੇ ਉਹਨਾਂ ਨੇ ਅਰਨਿੰਗ ਕੀਤੀ ਆ। ਤੇ ਜਿਸ ਤਰ੍ਹਾਂ ਆਫਟਰ ਜਦੋਂ ਸਰ ਜਿਹੜਾ ਇੰਨੀ ਵੱਡੀ ਅਚੀਵਮੈਂਟ ਆਪਾਂ ਲੈ ਕੇ ਆਏ ਜੀ, ਮੋਸਟ ਟਰਸਟਡ ਜਿਹੜਾ ਅਵਾਰਡ ਆਪਾਂ ਨੂੰ ਮਿਲਿਆ, ਉਸ ਤੋਂ ਬਾਅਦ ਕੋਈ ਹੋਰ ਵੱਡੀ ਜ਼ਿੰਮੇਵਾਰੀ ਲੱਗ ਰਹੀ ਹੈ ਕਿ ਹੋਰ ਕੁਝ ਇਸ ਤੋਂ ਵੱਡੀ ਚੀਜ਼ ਕਰਨੀ ਆ, ਜਾਂ ਜਿਸ ਤਰ੍ਹਾਂ ਤੁਸੀਂ ਥੋੜਾ ਬਹੁਤਾ ਦੱਸ ਵੀ ਚੁੱਕੇ ਹੋ ਕਿ ਪਿੰਡਾਂ ਨੂੰ ਕਵਰ ਕਰਨਾ ਜੀ, ਤੇ ਹੋਰ ਵੀ ਕੋਈ ਨਵਾਂ ਸੈਗਮੈਂਟ ਵਿੱਚ ਲੈ ਕੇ ਆ ਰਹੇ ਹੋ? ਜੀ ਜੀ, ਦੇਖੋ ਕਿਉਂਕਿ ਮੋਸਟ ਟਰਸਟਡ ਬ੍ਰਾਂਡ, ਹਾਂਜੀ, ਉਸੇ ਨੂੰ ਕਿਹਾ ਜਾਂਦਾ ਜਿੱਥੇ ਲੋਕਾਂ ਨੇ ਵਿਸ਼ਵਾਸ ਕੀਤਾ ਸਰ। ਅਸੀਂ ਈਵਨ ਨੈਚੁਰਲ ਹੈਲਥ ਸਾਇੰਸ ਦੇ ਉੱਤੇ ਇੱਕ ਯੂਨੀਵਰਸਿਟੀ ਓਪਨ ਕਰ ਰਹੇ। ਯੂਨੀਵਰਸਿਟੀ ਹਾਂਜੀ, ਪੰਜਾਬ ਦੇ ਵਿੱਚ ਹੀ ਹੋਊ? ਪੰਜਾਬ 'ਚ ਹੀ ਕਰਾਂਗੇ। ਬਹੁਤ ਵੱਡੀ ਠੀਕ ਹੈ, ਪੰਜਾਬ 'ਚ ਹੀ ਕਰ ਰਹੇ ਹਾਂ, ਜਿਹਦਾ ਕੰਸਟਰਕਸ਼ਨ ਤੋਂ ਲੈ ਕੇ, ਠੀਕ ਹੈ ਜੀ, ਉਹਦੇ ਡੀਮ ਤੱਕ ਉਹ ਨੈਚੁਰਲ ਹੈਲਥ ਸਾਇੰਸ ਭੇਜੇ ਹੋਏ ਮਿਲਣਗੇ ਤੁਹਾਨੂੰ। ਕੀ ਬਾਤ ਹੈ ਸਰ। ਠੀਕ ਹੈ, ਇਹ ਨਹੀਂ ਹੈ ਕਿ ਉਹਦੀ ਕੰਸਟਰਕਸ਼ਨ ਅਸੀਂ ਕੰਕਰੀਟ ਨਾਲ ਕਰਾਂਗੇ ਤੇ ਅੰਦਰ ਅਸੀਂ ਨੈਚੁਰੋਪੈਥੀ ਸਿਖਾਵਾਂਗੇ। ਸਰ ਮੈਂ ਸਮਝਿਆ ਨਹੀਂ, ਆਪਾਂ ਤਾਂ ਨਾਰਮਲ ਕੋਈ ਵੀ ਬਿਲਡਿੰਗ ਬਣਾਉਣੇ ਆ ਜਾਂ ਕੰਕਰੀਟ ਨਾਲ, ਜਾਂ ਪਹਿਲਾਂ ਮਿੱਟੀ ਦੀ ਬਣਦੀ ਸੀ ਸਰ, ਬਾਅਦ ਦੇ ਵਿੱਚ ਕੰਕਰੀਟ ਆ ਗਈ, ਤਾਂ ਇਹ ਮਤਲਬ ਤੁਸੀਂ ਥੋੜਾ ਵਿਸਥਾਰਪੂਰਵਕ ਦੱਸ ਸਕਦੇ ਹੋ? ਜਿਹੜਾ ਸੀਮੈਂਟਡ ਹੈ, ਜਿਹੜੀ ਕੰਕਰੀਟ ਹੈ, ਹਾਂਜੀ, ਇਹਨੂੰ ਤਿਆਰ ਕੀਤਾ ਗਿਆ ਸੀ ਫਲਾਈਓਵਰ ਬ੍ਰਿਜ ਬਣਾਉਣ ਵਾਸਤੇ। ਹਾਂਜੀ, ਤੁਸੀਂ ਬਹੁਤ ਵੱਡੀ ਨਹਿਰ ਨੂੰ ਕ੍ਰੋਸ ਕਰਨਾ, ਨਹਿਰ ਨੂੰ ਕ੍ਰੋਸ ਕਰਨਾ, ਉਹਦੇ ਵਾਸਤੇ। ਠੀਕ ਹੈ, ਘਰਾਂ ਵਾਸਤੇ ਨਹੀਂ ਸੀ। ਠੀਕ ਹੈ, ਅੱਛਾ, ਘਰਾਂ ਵਾਸਤੇ ਨਹੀਂ ਸੀ? ਨਹੀਂ, ਘਰਾਂ ਵਾਸਤੇ ਨਹੀਂ ਸੀ। ਠੀਕ ਹੈ ਸਰ। ਦੱਸੋ ਕਿਹੜੀ ਕੰਟਰੀ 'ਚ ਕੰਕਰੀਟ ਲੱਗਦਾ? ਅਮਰੀਕਾ 'ਚ ਲੱਗਦਾ, ਨਿਊਜ਼ੀਲੈਂਡ 'ਚ ਲੱਗਦਾ, ਕੈਨੇਡਾ 'ਚ ਲੱਗਦਾ। ਅੱਛਾ ਜੀ, ਉੱਥੇ ਜਾਂ ਲੱਕੜ ਦੇ ਆ ਜਾਂ ਸਟ੍ਰਾਬੇਲੇ ਦੇ। ਹਾਂਜੀ, ਸਟ੍ਰਾਬੇਲੇ ਦੇ, ਹਾਂਜੀ, ਸਟ੍ਰਾਬੇਲੇ ਜਿਹਨੂੰ ਤੁਸੀਂ ਪਰਾਲੀ ਕਹਿੰਦੇ ਹੋ। ਹਾਂਜੀ, ਪਰਾਲੀ, ਹਾਂਜੀ, ਪਰਾਲੀ ਦਾ ਘਰ ਬਣਦਾ ਉੱਥੇ ਹਾਂਜੀ, ਨਿਊਜ਼ੀਲੈਂਡ ਦੇ ਵਿੱਚ, ਬਿਲਕੁਲ ਸਰ, ਆਸਟ੍ਰੇਲੀਆ 'ਚ ਬਣਦਾ, ਹਾਂਜੀ, ਕੈਨੇਡਾ 'ਚ ਬਣਦਾ। ਹਾਂਜੀ, ਇੱਥੇ ਪਰਾਲੀ ਨੂੰ ਅੱਗ ਲਾਉਂਦੇ ਤੇ ਘਰ ਅਸੀਂ ਕੰਕਰੀਟ ਦਾ ਬਣਾਉਂਦੇ ਆ। ਫਿਰ ਜਦੋਂ ਤਪ ਜਾਂਦਾ, ਫਿਰ ਉਹਨੂੰ ਠੰਡਾ ਕਰਨ ਲਈ ਏਸੀ ਠੰਡਾ ਕਰਨ ਲਈ ਏਸੀ ਲਾਉਂਦੇ ਆ। ਜਦੋਂ ਏਸੀ ਚੱਲਣਾ ਬਿੱਲ ਆਉਂਦਾ, ਫਿਰ ਅਸੀਂ ਸਰਕਾਰ ਅੱਗੇ ਧਰਨੇ ਲਾਉਂਦੇ ਆ। ਧਰਨੇ ਲਾਉਂਦੇ ਆ, ਗੱਲ ਸਮਝ ਆਈ? ਬਿੱਲ ਘੱਟ ਕਰੋ। ਹਾਂ, ਤਾਂ ਉਹ ਕਹਿਣ ਦਾ ਮਤਲਬ ਕੀ ਹੈਗਾ ਕਿ ਜੇ ਅਸੀਂ ਇੱਥੋਂ ਦੇ ਰਹਿਣ ਵਾਲੇ ਹਾਂ, ਤਾਂ ਅਸੀਂ ਆਪਣੇ IQ ਲੈਵਲ ਨੂੰ ਇਸ ਲੈਵਲ ਤੇ ਲੈ ਕੇ ਜਾਣਾ ਸੀ ਕਿ ਅਸੀਂ ਡਿਸੀਜਨ ਲੈਂਦੇ ਕਿ ਇਸ ਧਰਤੀ ਤੇ ਰਹਿਨੁਮਾ ਘਰ ਕਿਹੜੇ ਮਟੀਰੀਅਲ ਤੋਂ ਬਣਨਾ ਸੀ। ਠੀਕ ਹੈ ਜੀ, ਮਤਲਬ ਆਪਾਂ ਕੰਪਨੀਆਂ ਸਾਰੀਆਂ ਫੋਰਨ ਦੀਆਂ, ਪਹਾੜ ਸਾਡੇ ਖੋਰ ਕੇ ਸੀਮੈਂਟ ਬਣਾ ਕੇ ਕੈਮੀਕਲ ਪਾ ਕੇ ਸਾਨੂੰ ਦੇ ਦਿੱਤਾ ਜੀ, ਅਸੀਂ ਮਾਰੂਥਲ ਖੜਾ ਕਰਤਾ ਜੀ। ਅੱਜ ਪੂਰੇ ਪੰਜਾਬ ਦੇ ਅੰਦਰ ਸਾਰੀਆਂ ਬਿਲਡਿੰਗਾਂ ਸੁੱਟ ਦੋ ਥੱਲੇ, ਤੇ ਤੁਸੀਂ ਇੱਕ ਵੀ ਥੱਲੋਂ ਫਸਲ ਨਹੀਂ ਉਗਾ ਸਕਦੇ। ਬਿਲਕੁਲ ਸਰ, ਸਾਡੇ ਤਾਂ ਮਲਬਾ ਥੱਲੇ ਆ ਜਾਣਾ ਨਾ। ਮਲਬਾ ਆ ਜਾਣਾ ਥੱਲੇ ਸਰ, ਠੀਕ ਹੈ, ਮਲਬਾ ਚੱਕਣਾ ਹੀ ਪੈਂਦਾ ਸਰ ਜੇ ਆਪਾਂ ਫਸਲ ਕੱਢਣੀ ਹੈ। ਕਿੱਥੇ ਚੱਕੋਗੇ ਇੰਨਾ ਮਲਬਾ? ਕਿੱਥੇ ਚੱਕੋਗੇ? ਹਾਂਜੀ, ਠੀਕ ਹੈ, ਉਹ ਜਿੱਥੇ ਵੀ ਵਿਸਦਾ ਜਾਏਗਾ ਉਹ ਮਾਰੂਥਲ ਚ ਕਨਵਰਟ ਹੋ ਜਾਏਗਾ। ਹਾਂਜੀ, ਠੀਕ ਹੈ, ਹਰ ਜਗ੍ਹਾ ਦੇ ਉੱਤੇ ਏਰੀਆ ਵਾਈਜ਼ ਐਟਮੋਸਫੇਅਰ ਕਿਵੇਂ ਚੇਂਜ ਹੋਇਆ, ਐਵੇਂ ਚੇਂਜ ਹੋਇਆ ਜੀ। ਠੀਕ ਹੈ, ਮੰਨ ਲਓ ਕੋਈ ਕੁਦਰਤ ਦੀ ਆਫਤ ਇਸ ਤਰ੍ਹਾਂ ਦੀ ਆ ਜਾਵੇ, ਸਭ ਕੁਝ ਵਿਛ ਗਿਆ, ਤੇ ਜਿਹੜੇ ਪੰਜਾਬ ਨੂੰ ਅਸੀਂ 5 ਦਰਿਆਵਾਂ ਦਾ ਕਹਿੰਦੇ ਸੀ ਰਾਜਾ, ਉਹ ਮਾਰੂਥਲ ਚ ਕਨਵਰਟ ਹੋ ਜਾਣਾ। ਇਹ ਤਾਂ ਸਰ ਬਹੁਤ ਭਿਆਨਕ ਗੱਲ ਹਾਂ, ਤਾਂ ਇਸ ਕਰਕੇ ਜਾਣਕਾਰੀ ਹੈ। ਗੋਰਿਆਂ ਨੇ ਕੁਦਰਤ ਨਾਲ ਛੇੜਖਾਨੀ ਨਹੀਂ ਕੀਤੀ। ਹਾਂਜੀ, ਠੀਕ ਹੈ, ਉਹਨਾਂ ਨੇ ਸਾਡੇ ਨਾਲ ਛੇੜਖਾਨੀ ਕੀਤੀ। ਠੀਕ ਹੈ, ਸਾਨੂੰ ਕੰਕਰੀਟ ਦੇ ਦਿੱਤਾ ਆਪਦਾ ਬਿਜ਼ਨਸ ਕਰਨ ਲਈ, ਹਾਂਜੀ, ਆਪ ਉਹ ਕੰਕਰੀਟ ਵੱਲ ਗਏ ਨਹੀਂ, ਉਹ ਇਸੇ ਸੋਚ ਕਰਕੇ ਨਹੀਂ ਗਏ, ਓਕੇ, ਕਿਉਂਕਿ ਉਹ ਬਹੁਤ ਲੰਬਾ ਸੋਚ ਰਹੇ ਨੇ। ਉਹੀ ਸੋਚ ਕਰਕੇ ਵੀ ਅੱਜ ਤੋਂ 1000 ਸਾਲ ਬਾਅਦ ਵੀ ਅਗਰ ਅਸੀਂ ਬਿਲਡਿੰਗਾਂ ਤਹਿਸ ਨਹਿਸ ਹੁੰਦੀਆਂ ਨੇ, ਜ਼ਮੀਨ ਤਾਂ ਨਹੀਂ ਬੰਜਰ ਹੋਏਗੀ। ਮਤਲਬ ਉਹ ਇੰਨਾ ਐਡਵਾਂਸ ਪਹਿਲਾਂ ਹੀ ਸੋਚ ਕੇ ਬੈਠੇ ਹੋਏ ਉਹ ਸੀ। ਜੋ ਹੁਣ ਸਟ੍ਰਾਬੇਲੇ ਲੱਕੜ ਹੈ, ਹਾਂਜੀ, ਮੱਚ ਜੇਗੀ ਜੇ ਗਲ ਜੇ, ਮੱਚ ਜਾਏਗੀ। ਉਹਦੇ ਨਾਲ ਬੰਜਰ ਤਾਂ ਨਹੀਂ ਨਾ ਕੁਛ ਹੋਣਾ। ਮੈਲਟ ਹੋ ਜੂ ਸਰ ਉਹ ਹਾਂ ਮਿੱਟੀ ਦੇ ਬਿਲਕੁਲ ਨਾਲ ਬਸ। ਸੇਮ ਹੈ ਸਰ। ਅਸੀਂ ਜਿਹੜਾ ਸਾਡੇ ਕੋਲ ਬਹੁਤ ਅੱਛਾ ਬਾਇਓਮਾਸ ਮਟੀਰੀਅਲ ਹੈ, ਬਹੁਤ ਹੀ ਲਾਜਵਾਬ ਬਾਇਓਮਾਸ ਮਟੀਰੀਅਲ ਹੈ, ਔਰ ਇੰਨੀ ਵੈਲ ਮੈਨੇਜ ਵੇਸਟ ਮੈਨੇਜਮੈਂਟ ਉਹਦੇ 'ਚ ਸਾਨੂੰ ਆ ਸਕਦੀ ਹੈ। ਔਰ ਤੁਹਾਨੂੰ ਸੁਣ ਕੇ ਹੈਰਾਨਗੀ ਹੋਵੇਗੀ ਕਿ ਇਹਦੇ 'ਚ ਪਿੰਡ ਅਵਲ ਆਉਣਗੇ, ਇੱਕ ਨੰਬਰ ਤੇ, ਪਹਿਲੇ ਨੰਬਰ ਤੇ ਆਉਣਗੇ ਪਿੰਡ, ਸ਼ਹਿਰਾਂ ਨਾਲੋਂ ਵੀ। ਅੱਛਾ ਜੀ, ਜੀ, ਔਰ ਇੱਕ ਵੀ ਬੰਦੇ ਦੇ ਉੱਤੇ 1 ਰੁਪਏ ਦਾ ਕਰਜ਼ਾ ਨਹੀਂ ਹੋਏਗਾ। ਕੀ ਬਾਤ ਹੈ ਸਰ, ਇਹ ਤਾਂ ਬਹੁਤ ਮਤਲਬ ਜਿਹੜਾ ਕੰਮ ਸਰਕਾਰ ਨੂੰ ਕਰਨਾ ਚਾਹੀਦਾ, ਇਹ ਤਾਂ ਤੁਸੀਂ ਆਰਗੇਨਾਈਜੇਸ਼ਨ ਸਾਡੀ ਅਸੀਂ ਆਪੋਜ਼ਿਟ ਹੀ ਇੱਥੇ ਹੋ ਜਾਂਦੇ ਹਾਂ। ਹਾਂਜੀ, ਕਿ ਹਰ ਕੰਮ ਅਸੀਂ ਸਰਕਾਰ ਦੀ ਥਾਲੀ 'ਚ ਰੱਖੀ ਛੱਡ ਦਿੰਦੇ ਹਾਂ ਜੀ। ਹਾਂਜੀ, ਪਰ ਇਹ ਜੇ ਮੈਂ ਆਪਣਾ ਘਰ ਬਚਾਉਣਾ ਹੈ, ਹਾਂਜੀ, ਮੈਂ ਆਪਣੇ ਬੱਚੇ ਨੂੰ 100 ਸਾਲ ਹੀ ਜਿੰਦਾ ਰੱਖਣਾ ਹੈ, ਹਾਂਜੀ, ਤਾਂ ਉਹਦੀ ਰਿਸਪੌਂਸਿਬਿਲਟੀ ਮੇਰੀ ਹੈ, ਕਿਉਂਕਿ ਬੱਚੇ ਮੈਂ ਪੈਦਾ ਕੀਤੇ ਨੇ, ਹਾਂਜੀ, ਸਰਕਾਰ ਨੇ ਨਹੀਂ ਪੈਦਾ ਕੀਤੇ। ਬਿਲਕੁਲ ਸਰ, ਸਰਕਾਰ ਹੈ ਤੁਹਾਡੀ ਬੇਸਿਕ ਸਰਵਿਸ ਦੇਣ ਵਾਸਤੇ, ਹਾਂਜੀ, ਤੇ ਤੁਸੀਂ ਉਹ ਸਰਵਿਸ ਨੂੰ ਯੂਜ਼ ਕਰਨ ਵਾਸਤੇ।
ਸਰਕਾਰ ਗਲਤ ਕਰੇ ਤਾਂ ਤੁਸੀਂ ਸਟੈਂਡ ਲੈਣਾ ਹੈ, ਸਟੈਂਡ ਲੈ ਸਕਦੇ ਹਾਂ। ਠੀਕ ਹੈ, ਹਾਂਜੀ ਲੇਕਿਨ ਡਿਸੀਜਨ ਮੇਕਿੰਗ ਪਬਲਿਕ ਦੀ ਹੋਣੀ ਚਾਹੀਦੀ ਹੈ, ਜੀ। ਔਰ ਉਹ ਤਾਂ ਹੋਏਗੀ ਜੇ ਪਬਲਿਕ ਦਾ ਆਈਕਿਊ ਲੈਵਲ ਅੱਛਾ ਅੱਛਾ ਸਰ, ਜਿਵੇਂ ਆਪ ਜੀ ਨੇ ਜਾਣਕਾਰੀ ਦਿੱਤੀ ਹੈ ਕਿ ਪਿੰਡਾਂ ਦੇ ਵਿੱਚ ਜਿਵੇਂ ਬਹੁਤ ਸਾਰੇ ਲੋਕਾਂ ਨੂੰ ਇਸ ਚੀਜ਼ ਦਾ ਫਾਇਦਾ ਹੋਊਗਾ ਬਾਇਓਮਾਸ ਮਟੀਰੀਅਲ ਨਾਲ, ਤੇ ਕਿਰਪਾ ਕਰਕੇ ਤੁਸੀਂ ਚਾਨਣਾ ਪਾਓਗੇ ਕਿ ਬਾਇਓਮਾਸ ਮਟੀਰੀਅਲ ਅਸਲ 'ਚ ਹੁੰਦਾ ਕੀ ਹੈ ਜੀ, ਤੇ ਇਹ ਕਿਵੇਂ ਵਰਤੋਂ 'ਚ ਲਿਆਂਦਾ ਜਾਊਗਾ, ਤੇ ਅੱਗੇ ਸਾਨੂੰ ਜਿਹੜੀ ਕੰਕਰੀਟ ਆ, ਜਿਵੇਂ ਕਿ ਆਪ ਜੀ ਵੱਲੋਂ ਜਾਣਕਾਰੀ ਮਿਲੀ ਕਿ ਉਹਦਾ ਬਹੁਤ ਜ਼ਿਆਦੀਆਂ ਹਾਨੀਆਂ ਨੇ ਜਾਂ ਅੰਗਰੇਜ਼ਾਂ ਨੇ ਸਾਨੂੰ ਉਹ ਚੀਜ਼ ਦੇ ਦਿੱਤੀ, ਤਾਂ ਆਪਾਂ ਉਹਦਾ ਆਲਟਰਨੇਟਿਵ ਕੀ ਦੇ ਰਹੇ ਹਾਂ ਜੀ ਲੋਕਾਂ ਨੂੰ, ਤਾਂ ਬਾਇਓਮਾਸ ਮਟੀਰੀਅਲ ਦੇ ਬਾਰੇ ਤੁਸੀਂ ਆਪ ਜੀ ਥੋੜੀ ਜਾਣਕਾਰੀ ਦੇ ਦਿਓ। ਬਾਇਓਮਾਸ ਮਟੀਰੀਅਲ ਇਹ ਸਾਡੇ ਵੇਸਟ ਦਾ ਉਹ ਹਿੱਸਾ ਹੈ, ਜਿਵੇਂ ਘਾਹ ਫੂਸ ਜੀ, ਦੇਸੀ ਗਾਂ ਦਾ ਗੋਬਰ, ਦੇਸੀ ਗਾਂ ਦਾ ਗੋਬਰ, ਕਾਈ ਦਾ ਘਾਹ ਜਿਹੜਾ ਨਾਰਮਲੀ ਆਪਾਂ ਉਹ ਨਹਿਰਾਂ ਦੇ ਕੰਢੇ ਨਹਿਰਾਂ ਦੇ ਕੰਢੇ ਹਾਂਜੀ ਦੇਖਿਆ ਹੁੰਦਾ। ਹਾਂ, ਇਹ ਸਾਰੇ ਦਾ ਸਾਰਾ ਬਾਇਓਮਾਸ ਮਟੀਰੀਅਲ ਹੈ। ਅੱਛਾ ਜੀ। ਹਾਂ, ਔਰ ਇਹ ਤੁਹਾਡੇ ਕੰਸਟਰਕਸ਼ਨ ਦਾ ਮਟੀਰੀਅਲ ਹੈ। ਅੱਛਾ, ਇਹਦੇ ਨਾਲ ਕੰਸਟਰਕਸ਼ਨ ਵੀ ਹੋਊਗੀ ਜੀ, ਸਾਡੀ ਖੇਤਾਂ ਦੀ ਪਰਾਲੀ ਇਹ ਸਾਰਾ ਜੀ। ਬਾਇਓਮਾਸ ਮਟੀਰੀਅਲ ਹੈ। ਓਕੇ ਜੀ, ਠੀਕ ਹੈ, ਸਮਝ ਹੋਣੀ ਚਾਹੀਦੀ ਵੀ ਸਾਡੇ ਦੇਸ਼ ਦੇ ਵਿੱਚ 7 ਮਹੀਨੇ ਤੱਕ ਤਾਂ ਗਰਮੀ ਰਹਿੰਦੀ ਹੈ। ਇੰਨੀ ਰਹਿੰਦੀ ਸਰ? ਠੀਕ ਹੈ ਸਰ, 6 ਤੋਂ 7 ਹਾਂ, ਮਹੀਨੇ। 6 ਤੋਂ 7 ਮਹੀਨੇ। ਔਰ ਸਭ ਤੋਂ ਜ਼ਿਆਦਾ ਬਿਜਲੀ ਦੇ ਬਿੱਲ ਕਿਹੜੇ ਗਰਮੀਆਂ 'ਚ ਹੀ ਆਉਂਦੇ ਆ, ਗਰਮੀਆਂ ਕਿਉਂਕਿ ਏਸੀ ਯੂਜ਼ ਹੁੰਦਾ। ਬਿਲਕੁਲ ਬਿਲਕੁਲ। ਠੀਕ ਹੈ, ਈਵਨ ਸਰਦੀਆਂ 'ਚ ਵੀ ਆਉਂਦੇ ਕਿਉਂਕਿ ਹੀਟਰ ਯੂਜ਼ ਕਰ ਲੈਂਦੇ ਨੇ ਉਹ। ਹਾਂਜੀ ਹਾਂਜੀ ਕਿਉਂਕਿ ਪਹਿਲਾਂ ਜਿੰਨੀ ਇਮਿਊਨਿਟੀ ਨਹੀਂ ਰਹੀ ਲੋਕਾਂ ਦੀ, ਹਾਂਜੀ ਰਜਾਈ 'ਚ ਵੀ ਉਹਨਾਂ ਨੂੰ ਨਿਗਣੀ ਆਉਂਦੀ, ਤਾਂ ਉੱਥੇ ਹੀਟਰ ਯੂਜ਼ ਹੁੰਦਾ ਹੈ, ਖਾਸ ਕਰ ਹਾਂਜੀ। ਪੇਸ਼ੈਂਟ ਬੰਦੇ ਵਾਸਤੇ। ਹਾਂਜੀ, ਤਾਂ ਇੱਕ ਤਾਂ ਇਲੈਕਟ੍ਰਿਸਿਟੀ ਦੀ ਕੰਜ਼ੰਪਸ਼ਨ ਹੋ ਗਈ, ਇੱਕ ਪੁਆਇੰਟ ਜੀ। ਹਾਂ, ਦੂਸਰਾ ਇਹ ਹੋ ਗਿਆ ਕਿ ਇਹ ਜਿਹੜੇ ਕੰਕਰੀਟ ਹਾਊਸ ਹੁੰਦੇ ਨੇ, ਇਹ ਥਰਮਲ ਇਨਸੂਲੇਸ਼ਨ ਵਿੱਚ ਕੁਆਲੀਫਾਈ ਨਹੀਂ ਹੁੰਦੇ। ਮੀਨਸ ਜਿਹੜਾ ਟੈਂਪਰੇਚਰ ਹੈ ਜੀ ਜੀ, ਉਹ ਇਹਨਾਂ 'ਚ ਦਿਨ ਦੇ ਟਾਈਮ ਲੌਕ ਹੁੰਦਾ, ਰਾਤ ਨੂੰ ਰਿਲੀਜ਼ ਹੁੰਦਾ। ਰਿਲੀਜ਼ ਹੁੰਦਾ ਹੈ। ਗਰਮੀਆਂ 'ਚ ਪੂਰਾ ਦਿਨ ਸਾਡੀਆਂ ਕੰਧਾਂ ਟੈਂਪਰੇਚਰ ਹੀਟ ਨੂੰ ਲੌਕ ਕਰ ਲੈਂਦੀਆਂ, ਰਾਤ ਨੂੰ ਆਪਾਂ ਅੰਦਰ ਜਾਂਦੇ ਪੜਾ ਛੱਡਦੀਆਂ। ਪੜਾ ਛੱਡਦੀਆਂ ਨੇ। ਸਰਦੀਆਂ 'ਚ ਵੀ ਸਫੋਕੇਸ਼ਨ ਬਹੁਤ ਜ਼ਿਆਦਾ ਹਾਂ, ਸਫੋਕੇਸ਼ਨ ਹੁੰਦੀ ਹੈ। ਹਾਂਜੀ। ਫਿਰ ਇਹ ਬਰੀਦੇਬਲ ਨਹੀਂ ਹੁੰਦੀਆਂ, ਹਾਂਜੀ ਇਹਨਾਂ 'ਚ ਕੋਈ ਆਕਸੀਜਨ ਵਾਲੀ ਵਾਲ ਨਹੀਂ ਹੈਗੀ ਆਪਣੀ। ਜੀ। ਠੀਕ ਹੈ, ਤੀਸਰੇ ਨੰਬਰ ਤੇ ਕੀ, ਜਦੋਂ ਆਪਾਂ ਇਹਨਾਂ ਨੂੰ ਕੰਪਲੀਟ ਕਰਦੇ ਫਿਰ ਇਹਦੇ ਉੱਪਰ ਵਾਲ ਪੁੱਟੀ ਚੜਾਉਂਦੇ, ਬਾਲ ਪੱਟੀ ਹਾਂਜੀ। ਜਿਹੜੀ ਕਿ ਪਲਾਸਟਿਕ ਹੈ। ਅੱਛਾ, ਉਹ ਬਾਲ ਪੱਟੀ ਜਿਹੜੀ ਸਰ ਉਹ ਉਹ ਪਲਾਸਟਿਕ ਪਲਾਸਟਿਕ ਹੈ? ਉਹ ਪਲਾਸਟਿਕ ਹੈ। ਓਕੇ। ਠੀਕ ਹੈ, ਉਸ ਤੋਂ ਬਾਅਦ ਫਿਰ ਇਹਦੇ ਉੱਤੇ ਆਪਾਂ ਕਲਰ ਚੜਾਉਂਦੇ ਹਾਂ। ਹਾਂਜੀ, ਠੀਕ ਹੈ, ਪੇਂਟ ਕਰਦੇ, ਪੇਂਟ ਕਰ ਲੈਂਦੇ ਜੀ। ਉਹ ਪਿਓਰ ਕੈਮੀਕਲ ਨੇ। ਹਾਂਜੀ, ਉਹ ਤਾਂ ਕੈਮੀਕਲਸ ਹੀ ਹੁੰਦਾ ਜੀ ਸਾਰਾ। ਠੀਕ ਹੈ, ਹਾਂਜੀ। ਇਹ ਸਾਰੇ ਜਿਹੜੇ ਬੈਡ ਕੈਮੀਕਲਸ ਨੇ, ਇਹ ਬੈਡ એનર્ਜੀ ਰਿਲੀਜ਼ ਕਰਦੇ ਆ। ਓਕੇ। ਔਰ ਗਰਮੀਆਂ 'ਚ ਜ਼ਿਆਦਾ ਗਰਮ ਹੀਟ ਹੁੰਦੇ ਨੇ, ਗਰਮੀ ਦਿੰਦੇ ਨੇ, ਔਰ ਸਰਦੀਆਂ ਜ਼ਿਆਦਾ ਠੰਡ ਦਿੰਦੇ ਨੇ। ਠੀਕ ਹੈ ਜੀ। ਠੀਕ ਹੈ, ਹੁਣ ਅਸੀਂ ਰਹਿ ਰਹੇ ਹਾਂ ਏਸ਼ੀਆ ਦੇ ਵਿੱਚ, ਗਰਮ ਦੇਸ਼ ਆ ਸਾਡਾ। ਗਰਮ ਦੇਸ਼। ਤਾਂ ਸਾਡਾ ਜਿਹੜਾ ਘਰ ਬਣਾਉਣ ਦਾ ਜਿਹੜਾ ਮਟੀਰੀਅਲ ਹੈ, ਉਹ ਇਹਦੇ ਅਸੀਂ ਆਪੋਜ਼ਿਟ ਯੂਜ਼ ਕਰਕੇ ਬੈਠੇ ਹੋਏ। ਹਾਂਜੀ। ਠੀਕ ਹੈ, ਤਾਂ ਇੱਥੇ ਬਾਇਓਮਾਸ ਮਟੀਰੀਅਲ ਜਿਹਦੇ ਵਿੱਚ ਸਾਡੀ ਸੰਸਥਾ ਨੇ R&D ਦੀ ਕੰਪਲੀਟ ਕਰ ਵੀ ਲਈ ਹੈ। ਦੇਸੀ ਗਾਂ ਦੇ ਗੋਬਰ ਦੇ ਨਾਲ ਅਸੀਂ ਬ੍ਰਿਕਸ ਤਿਆਰ ਕੀਤੀ ਹੈ। ਦੇਸੀ ਗਾਂ ਦੇ ਗੋਬਰ ਦੇ ਨਾਲ? ਗੋਬਰ ਬ੍ਰਿਕਸ ਠੀਕ ਹੈ। ਤਿਆਰ ਕੀਤੀ ਗਈ ਹੈ। ਇੱਟ ਅੱਛਾ, ਇੱਟ ਤਿਆਰ ਕੀਤੀ ਗਈ ਹੈ, ਹਾਂਜੀ। ਜਿਹੜੀ 100% ਥਰਮਲ ਇਨਸੂਲੇਸ਼ਨ ਨੂੰ ਕੁਆਲੀਫਾਈ ਕਰਦੀ ਹੈ, ਔਰ ਨਾ ਉਹ ਪਾਣੀ ਦੇ ਵਿੱਚ ਖਰਾਬ ਹੁੰਦੀ ਹੈ, ਨਾ ਉਹਨੂੰ ਅੱਗ ਲੱਗਦੀ। ਅੱਛਾ, ਅੱਗ ਵੀ ਨਹੀਂ ਲੱਗ No. ਸਕਦੀ? ਕਮਾਲ ਜੀ, ਇਦਾਂ ਦੀ ਲਿਸਟ ਜਿਹੜੀ ਤੁਸੀਂ ਜੀ ਜੀ, ਪਲੱਸ ਉਹ ਗਰਮੀ ਨੂੰ ਵੀ ਲੌਕ ਨਹੀਂ ਕਰਦੀ, ਠੀਕ ਹੈ। ਸਰਦੀ ਨੂੰ ਵੀ ਲੌਕ ਨਹੀਂ ਕਰਦੀ, ਬਰੀਦੇਬਲ ਨੇ। ਤੁਹਾਨੂੰ ਉਸ ਰੂਮ ਦੇ ਵਿੱਚ ਆਕਸੀਜਨ ਲੈਵਲ ਜ਼ਿਆਦਾ ਮਿਲੇਗਾ, ਜੀ ਸਰ। ਕਾਰਬਨ ਲੈਵਲ ਬਹੁਤ ਘੱਟ ਮਿਲੇਗਾ। ਠੀਕ ਹੈ ਸਰ। ਠੀਕ ਹੈ, ਕੈਮੀਕਲ ਰੇਸ਼ੋ ਬਹੁਤ ਘੱਟ ਮਿਲੇਗੀ, ਹਵਾ ਦੀ ਕੁਆਲਿਟੀ ਬਹੁਤ ਅੱਛੀ ਮਿਲੇਗੀ। ਫਿਰ ਉਹ ਤੁਹਾਨੂੰ ਉਸ ਰੂਮ ਦੇ ਵਿੱਚ ਜਿਹੜਾ ਉਸ ਬਾਇਓਮਾਸ ਮਟੀਰੀਅਲ ਦਾ ਤਿਆਰ ਹੋਇਆ ਹੋਵੇਗਾ, ਪੱਖੇ ਤੋਂ ਵੱਧ ਹੋਰ ਕਿਸੇ ਵੀ, ਜਿੰਨੀ ਭਾਵੇਂ 50 ਚੱਲ ਜਾਵੇ ਟੈਂਪਰੇਚਰ, ਪੱਖੇ ਤੋਂ ਵੱਧ ਗਰਮੈਸ਼ ਨਹੀਂ ਹੋਊਗੀ ਸਰ? ਆਮ ਤੌਰ ਤੇ ਇਸ ਸਰ ਤੋਂ ਮੈਂ ਬਹੁਤ ਦੂਰ ਦੀ ਗੱਲ ਹੈ। ਆਮ ਤੌਰ ਤੇ ਸਰ ਮੈਂ ਇਹੀ ਚੀਜ਼ ਆਪਾਂ ਬਜ਼ੁਰਗਾਂ ਤੋਂ ਸੁਣਦੇ ਆ ਰਹੇ ਹਾਂ ਕਿ ਜਦੋਂ ਪੁਰਾਣੇ ਸਮੇਂ ਦੇ ਵਿੱਚ ਅਖੰਡ ਪਾਠ ਸਾਹਿਬ ਦਾ ਪ੍ਰਕਾਸ਼ ਕਰਾਉਂਦੇ ਸੀ, ਜਾਂ ਕੋਈ ਵੀ ਹਵਨ ਵਗੈਰਾ, ਜਾਂ ਕੋਈ ਵੀ ਕਿਸੇ ਵੀ ਧਰਮ ਨਾਲ ਸੰਬੰਧਿਤ ਕੋਈ ਵੀ ਜੱਗ ਵਗੈਰਾ ਕਰਦੇ ਸੀ, ਤਾਂ ਉੱਥੇ ਗਾਂ ਦਾ ਜਿਹੜਾ ਗੋਬਰ ਸੀ ਉਹਦਾ ਪੋਚਾ ਲਾਇਆ ਜਾਂਦਾ ਸੀ। ਜੀ। ਉਸ ਤੋਂ ਬਾਅਦ ਕਿਉਂਕਿ ਉਹ ਜਿਹੜਾ ਕਮਰਾ ਉਹਦੀ ਸ਼ੁੱਧਤਾ ਦੇ ਲਈ, ਉਸ ਪਰਪਸ ਨੂੰ ਮੇਨਟੇਨ ਕਰਨ ਦੇ ਲਈ, ਹਾਂਜੀ। ਤਾਂ ਇਹ ਤਾਂ ਸਰ ਬਹੁਤ ਵਧੀਆ ਚੀਜ਼ ਹੈ ਜੀ। ਹਾਂ। ਜੇ ਗਾਂ ਦੇ ਗੋਬਰ ਦੀਆਂ ਇੱਟਾਂ ਹੀ ਇਦਾਂ ਜਿਵੇਂ ਤੁਸੀਂ ਕਹਿ ਰਹੇ ਐਕਚੁਅਲ 'ਚ ਹੋ। ਕੀ ਉਹਦੇ ਪਿੱਛੇ ਵੀ ਇੱਕ ਸਾਇੰਸ ਹੈ। ਸਾਇੰਸ ਹੈ ਹੁਣ ਸਰ। ਜੇ ਵੈਸੇ ਤੁਸੀਂ ਗਾਂ ਦੇ ਗੋਬਰ ਦੀ ਮੀਡੀਆ 'ਚ ਗੱਲ ਕਰੋਗੇ ਨਾ, ਹਾਂਜੀ। ਤੇ ਜਨਤਾ ਨੇ ਪੈ ਜਾਣਾ ਤੁਹਾਡੇ ਪਿੱਛੇ ਉਹਦਾ ਸਾਜੋ ਸਮਾਨ ਹਾਂਜੀ। ਲੈ ਕੇ, ਹਾਂਜੀ। ਬਟ ਇਹਦੀ ਸਾਇੰਸ ਸਮਝਾਉਣੀ ਪੈਗੀ। ਹਾਂਜੀ। ਐਕਚੁਅਲ ਦੇ ਵਿੱਚ ਕੀ ਹੁੰਦਾ ਕਿ ਉਹ ਜਿੱਥੇ ਵੀ ਗੋਬਰ ਦੀ ਲਿਪਾਈ ਕੀਤੀ ਜਾਂਦੀ ਨਾ, ਜੀ ਸਰ। ਉੱਥੇ ਬੈਕਟੀਰੀਆ ਬਹੁਤ ਘੱਟ ਪਨਪਦਾ ਹੈ। ਅੱਛਾ, ਇਹ ਵੀ ਕਾਰਨ ਹੈ? ਜੀ 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 ਸਰ। ਠੀਕ ਹੈ, ਪਲੱਸ ਮੱਛਰ ਬਹੁਤ ਘੱਟ ਮਿਲੇਗਾ। ਓਕੇ ਸਰ, ਮੱਛਰ ਦੇ ਕਰਕੇ ਤਾਂ ਜ਼ਰੂਰ ਕਰੋ ਜੀ। ਮੱਛਰ ਦਾ ਕੋਈ ਹੱਲ ਨਹੀਂ ਸਰ ਠੀਕ ਏਸ਼ੀਆ ਹੈ, ਦੇ ਵਿੱਚ। ਤਾਂ ਇਹਦੇ ਨਾਲ ਇੱਕ ਸਾਇੰਟੀਫਿਕ ਰੀਜ਼ਨ ਜੁੜੇ ਹੋਏ ਨੇ। ਹਾਂਜੀ।
ਠੀਕ ਹੈ। ਅਗਰ ਸਰ ਜ਼ਮੀਨ 'ਚੋਂ ਅਸੀਂ ਬੈਡ ਕੈਮੀਕਲ ਲੈ ਸਕਦੇ ਹਾਂ ਜੀ ਸਰ। ਠੀਕ ਹੈ, ਲੈਬ 'ਚ ਮਾੜਾ ਕੈਮੀਕਲ ਬਣਾ ਸਕਦੇ ਹਾਂ। ਹਾਂਜੀ। ਤੇ ਕੁਦਰਤ ਨੇ ਇਸ ਤਰ੍ਹਾਂ ਦਾ ਜੀਵ ਵੀ ਦਿੱਤਾ ਹੋਇਆ ਵਾ ਜਿਹੜਾ ਸਾਨੂੰ ਦੁੱਧ ਵੀ ਦਿੰਦਾ ਹੈ ਤੇ ਸਾਨੂੰ ਉਹ ਮਟੀਰੀਅਲ ਵੀ ਦਿੰਦਾ ਹੈ। ਹਾਂਜੀ। ਤੇ ਸਾਨੂੰ ਮੈਡੀਸਿਨਸ ਵੀ ਦਿੰਦਾ ਹੈ। ਔਰ ਇੱਕ ਧਰਤੀ ਤੇ ਇਕੱਲਾ ਜੀਵ ਹੈ ਜਿਹੜਾ ਆਕਸੀਜਨ ਹੀ 24 ਘੰਟੇ ਦਿੰਦਾ ਹੈ ਤੇ ਸਾਡੀ ਕਾਰਬਨ ਲੈ ਲੈਂਦਾ ਹੈ। ਓਕੇ। ਜਿੱਥੇ ਦੇਸੀ ਗਾਂ ਤੁਹਾਨੂੰ ਜਿਸ ਘਰ 'ਚ ਜ਼ਿਆਦਾ ਮਿਲੇਗੀ ਉੱਥੇ ਕਾਰਬਨ ਲੈਵਲ ਘੱਟ ਮਿਲੇਗਾ। ਅੱਛਾ, ਇਹ ਵੀ ਕਾਰਨ ਜੀ, ਕਿਉਂਕਿ ਬਾਕੀ ਸਾਰੇ ਪਸ਼ੂ ਆਕਸੀਜਨ ਤੇ ਕਾਰਬਨ ਡਾਈਆਕਸਾਈਡ ਦੋਨੋਂ ਰਿਲੀਜ਼ ਕਰਦੇ ਆ। ਦੋਨੋਂ ਕਰਦੇ। ਇਹ ਆਕਸੀਜਨ ਰਿਲੀਜ਼ ਕਰਦੀ ਹੈ ਜ਼ਿਆਦਾ। ਓਕੇ। ਤੇ ਸਾਡੀ ਕਾਰਬਨ ਡਾਈਆਕਸਾਈਡ ਅਡਾਪਟ ਕਰ ਲੈਂਦੀ ਹੈ ਜੀ। ਔਰ ਦੇਸੀ ਗਾਂ ਦੀ ਖੂਬੀ ਤੁਹਾਨੂੰ ਮਿਲੇਗੀ, ਹਮੇਸ਼ਾ ਧੁੱਪੇ ਬੈਠਦੀ ਹੈ, ਉਹਨੂੰ ਸ਼ੈੱਡ ਨਹੀਂ ਚਾਹੀਦਾ। ਅੱਛਾ ਸਰ, ਮੈਂ ਨੋਟ ਨਹੀਂ ਕੀਤੀ ਪਰ ਇਹ ਬਹੁਤ ਤੁਸੀਂ ਨੋਟਿਸ। ਹਾਂਜੀ। ਇਹ ਢੁੱਡ ਵਾਲੀਆਂ ਹੁੰਦੀਆਂ ਨੇ। ਅੱਛਾ ਜੀ, ਹਾਂਜੀ, ਉਹ ਤਾਂ ਮੈਂ ਦੇਖਿਆ। ਹਾਂ, ਔਰ ਇਹਨਾਂ ਦੇ ਜਿਹੜੇ ਢੁੱਡ ਦੇ ਅੰਦਰ ਜਿਹੜੀ ਚੀਜ਼ ਪਾਈ ਗਈ ਆ ਅਕੋਰਡਿੰਗ ਟੂ ਨੈਚੁਰਲ ਸਾਇੰਸ, ਉਹ ਇਹ ਹੈ ਕਿ ਸਨਲਾਈਟ ਤੋਂ ਇਹ ਕਿਸ ਤਰ੍ਹਾਂ ਦੀ ਊਰਜਾ ਲੈਂਦੇ ਆ ਜਿਹਦੇ ਨਾਲ ਇਹਨਾਂ ਦੇ ਜਿਹੜੇ ਦੁੱਧ ਦੇ ਵਿੱਚ ਆ ਉਹ ਇੱਕ ਮੈਡੀਸਨਲੀ ਤੱਤ ਵੱਧ ਜਾਂਦੇ ਨੇ। ਓਕੇ। ਠੀਕ ਹੈ। ਇੱਥੋਂ ਤੱਕ ਵੀ ਕਿਹਾ ਗਿਆ ਕਿ ਕੈਂਸਰ ਨੂੰ ਠੀਕ ਕਰਨ ਵਾਲੇ ਜਿਹੜੀ ਮੈਡੀਸਨ ਇਹਨਾਂ ਦੇ ਦੁੱਧ ਵਿੱਚ, ਇਹ ਕੈਂਸਰ ਨੂੰ ਠੀਕ ਕਰਨ ਵਾਲੇ ਤੱਤ ਇਸ ਸਨਲਾਈਟ ਤੋਂ ਲੈਂਦੀਆਂ ਨੇ। ਜੀ। ਠੀਕ ਹੈ। ਔਰ ਜਿਹੜੇ ਜਾਣਕਾਰ ਨੇ, ਜਿਹੜੇ ਮੈਂ ਰਾਜਸਥਾਨ ਗਿਆ ਲਾਸਟ ਮੰਥ, ਮੈਂ ਤਕਰੀਬਨ ਹਰ ਸਾਲ ਜਾਂਦਾ ਹੈ, ਰਾਜਸਥਾਨ ਵੀ ਜਾਂਦਾ, ਹਿਮਾਚਲ ਵੀ ਜਾਂਦਾ ਜੀ ਸਰ। ਔਰ ਉੱਥੇ ਮੈਂ ਜਿਹੜੇ ਲੇਮੈਨ ਲੋਕ ਨੇ ਉਹਨਾਂ ਨਾਲ ਆਪਣੀ ਜਿਹੜੀ ਕਿ ਇੱਕ ਫਰੈਂਡਸ਼ਿਪ ਰੱਖੀ ਹੋਈ ਆ। ਜੀ ਸਰ। ਠੀਕ ਹੈ। ਤਾਂ ਜੋ ਹੁਣ ਹਿਮਾਚਲ ਦੇ ਵਿੱਚ ਠੰਡਾ ਏਰੀਆ ਆ ਗਿਆ, ਰਾਜਸਥਾਨ ਸਭ ਤੋਂ ਗਰਮ ਏਰੀਆ ਆ ਗਿਆ। ਸਾਡਾ ਜਿਹੜਾ ਏਸ਼ੀਆ ਵਾਲਾ ਹਿੱਸਾ ਹੈ ਇਹ ਗਰਮ ਹੈ। ਗਰਮ ਸਰ। ਜੇ ਅਸੀਂ ਇੱਥੇ, ਅੱਛਾ ਇੱਕ ਚੀਜ਼ ਮੈਂ ਤੁਹਾਨੂੰ ਹੋਰ ਦੱਸਾਂ, ਲੰਬੀ ਉਮਰ ਹਮੇਸ਼ਾ ਐਵਰੇਜ ਗਰਮ ਏਰੀਏ 'ਚ ਹੀ ਹੁੰਦੀ ਹੈ। ਬਹੁਤ ਜ਼ਿਆਦਾ ਠੰਡੇ 'ਚ ਵੀ ਤੁਸੀਂ ਜੀਵਤ ਨਹੀਂ ਰਹਿ ਸਕਦੇ ਤੇ ਬਹੁਤ ਜ਼ਿਆਦਾ ਗਰਮ 'ਚ ਵੀ ਤੁਸੀਂ ਜੀਵਤ ਨਹੀਂ ਰਹਿ ਸਕਦੇ। ਤੇ ਸਾਡੇ ਮੁਲਕ ਦੇ ਵਿੱਚ ਐਵਰੇਜ ਗਰਮ ਟੈਂਪਰੇਚਰ ਐਟਮੋਸਫੇਅਰ ਹੈ ਸਾਡਾ। ਜੀ ਸਰ। ਔਰ 4 ਰੁੱਤਾਂ ਨੇ। 4 ਰੁੱਤਾਂ ਸਰ। ਕੁਦਰਤ ਵਾਈਜ਼ ਅਸੀਂ ਸਭ ਤੋਂ ਅਮੀਰ ਹਾਂ। ਅਮੀਰ ਹਾਂ ਸਰ, ਬਿਲਕੁਲ। ਹਰੇਕ ਤਰ੍ਹਾਂ ਦੀ ਚੀਜ਼ ਅਸੀਂ ਮੰਨਦੇ ਹਾਂ। ਹਾਂ, ਠੀਕ ਹੈ। ਔਰ ਸਮਝ ਵਾਈਜ਼ ਅਸੀਂ ਸਭ ਤੋਂ ਗਰੀਬ ਹਾਂ। ਇਹ ਵੀ ਸਰ ਮੰਨਣੀ ਪੈਣੀ ਹੈ। ਸਾਨੂੰ ਲੱਗਦਾ ਜਿਹੜਾ ਨੇਚਰ ਨਾਲ ਜੁੜਿਆ ਹੋਇਆ ਉਹ ਡੱਫਰ ਹੈ, ਜਿਹੜਾ ਦੁਨਿਆਵੀ ਸਾਇੰਸ ਨਾਲ ਜੁੜਿਆ ਹੋਇਆ ਉਹ ਵਿਕਾਸਸ਼ੀਲ ਇਨਸਾਨ ਹੈ। ਜੀ। ਠੀਕ ਹੈ। ਹਾਲਾਂਕਿ ਸਭ ਤੋਂ ਜ਼ਿਆਦਾ ਸਟ੍ਰੈਸ, ਸਭ ਤੋਂ ਜ਼ਿਆਦਾ ਫ੍ਰੀ ਰੈਡੀਕਲਸ ਔਰ ਸਭ ਤੋਂ ਜ਼ਿਆਦਾ ਐਗਰੈਸਿਵ ਮਾਹੌਲ ਉਹਨਾਂ ਲੋਕਾਂ ਦਾ ਹੁੰਦਾ। ਹਾਂਜੀ। ਠੀਕ ਹੈ। ਔਰ ਕਈ ਵਾਰੀ ਲੋਕ ਇਹ ਵੀ ਕਹਿ ਦਿੰਦੇ ਜੀ ਨਾਸਤਿਕ ਹੋਣਾ, ਅੱਜ ਕੱਲ੍ਹ ਲੋਕ ਨਾਸਤਿਕ ਨੇ, 80% ਯੂਰਪ ਨਾਸਤਿਕ ਹੈ। ਇੱਦਾਂ ਹੀ ਹੈ ਸਰ। ਠੀਕ ਹੈ। ਬਿਲਕੁਲ। ਉੱਥੇ ਗੋਲਡਨ ਜਿਹੜਾ ਬ੍ਰਿਜ ਹੈ ਉਹ ਗੂਗਲ 'ਤੇ ਸਰਚ ਕਰੋ ਕਿਸ ਕੰਮ ਲਈ ਫੇਮਸ ਹੈ। ਸੁਸਾਈਡ ਲਈ ਐਵਰੇਜ 15 ਲੋਕ ਛਾਲਾਂ ਮਾਰਦੇ ਅੱਜ ਵੀ ਉੱਥੇ। ਉਹ ਇੱਕ ਸੁਸਾਈਡ ਪੁਆਇੰਟ ਬਣਿਆ ਹੋਇਆ ਸਰ ਉੱਥੇ। ਠੀਕ ਹੈ। ਨਾਸਤਿਕ ਤੇ ਆਸਤਿਕ ਦੀ ਜੋ ਮੈਂ ਆਬਜ਼ਰਵ ਕੀਤਾ ਫਰਕ ਕੀ ਹੈ। ਨਾਸਤਿਕ ਦੇਖੋ ਅਪ ਐਂਡ ਡਾਊਨ ਸਭ ਦੀ ਲਾਈਫ 'ਚ ਆਉਂਦੇ। ਹਾਂਜੀ ਸਰ। ਮੰਨ ਲਓ ਇੱਕ ਬੰਦਾ ਨਾਸਤਿਕ ਆਸਤਿਕ ਦੋਨਾਂ ਕੋ ਦੀ ਲਾਈਫ ਇੱਕ ਵਾਰੀ ਜ਼ੀਰੋ ਹੋ ਗਈ। ਠੀਕ ਹੈ। ਪਹਿਲਾਂ ਬਹੁਤ ਅੱਛੀ ਅਚੀਵਮੈਂਟ ਸੀ, ਲਾਈਫ ਦੋਨਾਂ ਦੀ ਜ਼ੀਰੋ ਹੋ ਗਈ। ਜਿਹੜਾ ਨਾਸਤਿਕ ਹੈ ਉਹ ਜਾਂ ਤਾਂ ਆਪਣੀ ਵਿਲ ਪਾਵਰ ਨਾਲ ਜਿੰਦਾ ਰਹਿ ਸਕਦਾ ਜਾਂ ਸੁਸਾਈਡ ਕਰੇਗਾ। ਠੀਕ ਹੈ ਜੀ। ਦੂਸਰੀ ਉਹਦੇ ਕੋਲ ਉਮੀਦ ਨਹੀਂ ਹੈ। ਉਮੀਦ ਨਹੀਂ ਹੈ। ਜਿਹੜਾ ਆਸਤਿਕ ਹੈ ਉਹਦੇ ਕੋਲ ਰੱਬ ਨਾਂ ਦੀ ਉਮੀਦ ਹੈ। ਉਹ ਆਪਣੇ ਗੁਰਦੁਆਰਾ ਮੰਦਿਰ ਮਸਜਿਦ ਜਾਏਗਾ, ਮੱਥਾ ਟੇਕੇਗਾ, ਰੋਏਗਾ, ਹਾਂਜੀ, ਆਪਦੇ ਰੱਬ ਅੱਗੇ ਚੀਕੇਗਾ, ਉਸ ਵਾਰ ਠੰਡਾ ਹੋ ਜਾਏਗਾ, ਜ਼ਿੰਦਗੀ ਸ਼ੁਰੂਆਤ ਫਿਰ ਕਰ ਲੇਗਾ। ਉਹਦੇ ਕੋਲ ਇੱਕ ਜ਼ਿੰਦਗੀ ਜਿਉਣ ਦਾ ਹੋਰ ਮੌਕਾ। ਇਨਸਾਨ ਇੱਕ ਤਰੀਕੇ ਨਾਲ ਇੱਕ ਪ੍ਰੈਕਟਿਸ ਨਾਲ ਜਿਉਂਦਾ ਜੀ ਸਰ। ਠੀਕ। ਉਹਦੇ ਕੋਲ ਦੁਬਾਰਾ ਜਿਉਣ ਦੀ ਇੱਕ ਨਵੀਂ ਪ੍ਰੈਕਟਿਸ ਹੋ ਗਈ। ਬਿਲਕੁਲ। ਉਮੀਦ ਹੋ ਗਈ ਰੱਬ, ਜਿਵੇਂ ਤੁਹਾਨੂੰ ਨੇ ਪੱਥਰ ਤੇ ਪਾ ਲਈ ਸੀ ਉਮੀਦ। ਬਿਲਕੁਲ ਸਰ। ਠੀਕ ਹੈ। ਸੇਮ ਹੈ, ਇਨਸਾਨ ਉਮੀਦ ਤੇ ਜਿੰਦਾ ਨਾ, ਤਾਂ ਉਮੀਦ ਦਾ ਇੱਕ ਸੋਰਸ ਤੁਹਾਡੇ ਕੋਲ ਹੋਣਾ ਚਾਹੀਦਾ। ਨਾਸਤਿਕ ਉਹ ਸੋਰਸ ਖਤਮ ਕਰ ਲੈਂਦਾ ਕਿਉਂਕਿ ਰੱਬ ਦੇ ਕੋਲ ਜਾ ਨਹੀਂ ਸਕਦਾ, ਕਿਉਂਕਿ ਉਹਨੇ ਅੱਜ ਤੱਕ ਸਭ ਨੂੰ ਕਿਹਾ ਕਿ ਰੱਬ ਨਾਂ ਦੀ ਕੋਈ ਚੀਜ਼ ਨਹੀਂ। ਹਾਂਜੀ। ਉਹ ਕੋਲ ਜ਼ਿਆਦਾ ਉਹਦੇ ਕੋਲ ਵਿਲ ਪਾਵਰ ਆਪਦੀ ਹੋਵੇ ਜਾਂ ਉਹ ਜਾਵੇ ਖੂਹ 'ਚ। ਬਿਲਕੁਲ ਸਰ, ਇਹ ਸਹੀ ਗੱਲ ਹੈ। ਠੀਕ ਹੈ। ਤੇ ਇਸ ਕਰਕੇ ਨਾਸਤਿਕ ਹੋਣਾ ਇੱਕ ਇਸ ਤਰ੍ਹਾਂ ਹੈਗਾ ਕਿ ਤੁਸੀਂ ਆਪਣੇ ਆਪ ਨੂੰ ਅੱਧਾ ਖਤਮ ਕਰਕੇ ਮਾਰ ਕੇ ਚੱਲ ਰਹੇ ਹੋ। ਆਸਤਿਕ ਹੋਣਾ ਤੁਸੀਂ ਅਗਰ ਡਿੱਗ ਵੀ ਪੈਂਦੇ ਹੋ ਕਿਤੇ, ਤੁਹਾਡੀ ਜ਼ਿੰਦਗੀ ਫਿਰ ਜ਼ੀਰੋ ਤੋਂ ਸ਼ੁਰੂ ਕਰਨ ਦਾ ਮੌਕਾ ਵੀ ਮਿਲੇ, ਯੂ ਹੈਵ ਅਨਦਰ ਇੱਕ ਸੋਰਸ ਕਿ ਜਿੱਥੇ ਜਾ ਕੇ ਤੁਸੀਂ ਇੱਕ ਹੋਪ ਲੈ ਕੇ ਆ ਸਕੋ ਕਿ ਮੈਂ ਦੁਬਾਰਾ ਫਿਰ ਉੱਠ ਸਕਦਾ। ਠੀਕ ਹੈ। ਤੋ ਇਹ ਜੋ ਮੈਂ ਆਬਜ਼ਰਵ ਕੀਤਾ ਹੈਗਾ। ਠੀਕ ਹੈ। ਤਾਂ ਉਹ ਇਸ ਕਰਕੇ ਜਿਹੜੀ ਹੈਗੀ ਆ ਸਾਡੇ ਦੇਸ਼ ਦੇ ਅੰਦਰ ਨੇਚਰ ਬਹੁਤ ਮਿਹਰਬਾਨ ਹੈ। ਹਾਂਜੀ ਸਰ। ਸਿਰਫ ਜ਼ਰੂਰਤ ਹੈ ਲੋਕਾਂ ਨੂੰ ਇਸ ਨੇਚਰ ਦੀ ਸਾਇੰਸ ਨਾਲ ਜੋੜਨ ਦੀ। ਜੇ ਅਸੀਂ ਜੋੜ ਦਿੰਦੇ ਹਾਂ ਜੀ ਸਰ, ਤਾਂ ਨਾਸਾ ਕੀ ਜਿੰਨੀਆਂ ਵੀ ਰਿਸਰਚ ਸੈਂਟਰ ਨੇ ਉਹ ਤੁਹਾਡੇ ਸਾਹਮਣੇ ਇਸ ਤਰ੍ਹਾਂ ਨੇ ਜਿਵੇਂ ਇੱਕ PhD ਦੇ ਅੱਗੇ ਨਰਸਰੀ ਦਾ ਬੱਚਾ। ਇੰਨਾ ਫਰਕ ਹੈ ਸਰ ਜੀ। ਜੇ ਤੁਸੀਂ ਬੇਅੰਤ ਨੂੰ ਪੜ੍ਹ ਰਹੇ ਹੋ ਹਾਂਜੀ, ਤੇ ਉਹ ਤਾਂ ਜੇ ਪੜ੍ਹ ਹੀ
ਤੁੱਛ ਚੀਜ਼ਾਂ ਨੂੰ ਰਹੇ ਨੇ। ਹਾਂਜੀ ਤੋ ਤਾਂ ਨਰਸਰੀ 'ਚ ਹੋ ਗਏ ਨਾ, ਤੇ ਤੁਸੀਂ ਬੇਅੰਤ ਨੂੰ ਪੜ੍ਹ ਰਹੇ ਹੋ, ਬੇਅੰਤ ਨਾਲ ਜੁੜ ਗਏ ਹੋ। ਬੇਅੰਤ ਸਰ, ਬਿਲਕੁਲ ਸਰ। ਕਈ ਕਹਿੰਦੇ ਨੇ ਕਿ ਐਮਾਜ਼ਨ ਦੇ ਜਿਹੜੇ ਜੰਗਲ ਆ ਜੀ ਬਹੁਤ ਵੱਡੇ, ਉੱਥੇ ਹਰ ਇੱਕ ਨਵਾਂ, ਹਰ ਦਿਨ ਹਰ ਇੱਕ ਨਵਾਂ ਜੀਵ ਪੈਦਾ ਹੁੰਦਾ, ਵੱਖਰੀ ਕਿਸਮ ਜੀ, ਤੇ ਹਰ ਨਵਾਂ ਪੌਦਾ ਉੱਥੇ ਪੈਦਾ ਹੁੰਦਾ ਜੀ ਜੀ। ਤਾਂ ਕੁਦਰਤ ਦਾ ਤਾਂ ਕੋਈ ਅੰਤ ਹੀ ਨਹੀਂ ਸਰ। ਆਪਾਂ ਸੋ ਇਹਨਾਂ ਸਾਰੀਆਂ ਚੀਜ਼ਾਂ ਨੂੰ ਅਸੀਂ ਆਪਣੀ ਯੂਨੀਵਰਸਿਟੀ ਦੇ ਅੰਦਰ, ਆਪਣੇ ਕੋਰਸਸ ਦੇ ਅੰਦਰ ਉਹਨਾਂ ਨੂੰ, ਜਿਹੜੇ ਸਾਡੇ ਸਟੂਡੈਂਟਸ ਨੇ, ਜਿਹੜੇ ਪੇਸ਼ੈਂਟ ਤੋਂ ਸਟੂਡੈਂਟ ਬਣੇ ਹੋਏ, ਸਟੂਡੈਂਟ ਤੋਂ ਅੱਗੇ ਸਾਡੇ ਡਾਕਟਰ ਬਣਨਗੇ। ਡਾਕਟਰ ਬਣਨਗੇ ਸਰ। ਸਾਡੇ ਜਿੰਨੇ ਵੀ ਸੈਂਟਰਸ ਨੇ, ਅਸੀਂ ਬਾਹਰੋਂ ਇੱਕ ਵੀ ਡਾਕਟਰ ਹਾਇਰ ਨਹੀਂ ਕਰਦੇ, ਅਸੀਂ ਆਪਣੇ ਹੀ ਤਿਆਰ ਕੀਤੇ ਕਿ ਡਾਕਟਰਸ ਨੂੰ ਆਪਣੇ ਸੈਂਟਰ 'ਚ ਬਿਠਾਉਣੇ, ਜਿਹੜਾ ਕਿ ਜ਼ਮੀਨ ਨਾਲ ਜੁੜਿਆ ਹੋਏਗਾ। ਉਹਦਾ ਤੁਹਾਨੂੰ ਐਟੀਟਿਊਡ ਡਾਕਟਰ ਵਾਲਾ ਨਹੀਂ ਮਿਲੇਗਾ, ਉਹਦਾ ਐਟੀਟਿਊਡ ਤੁਹਾਨੂੰ ਭਗਤ ਪੂਰਨ ਸਿੰਘ ਵਾਲਾ ਮਿਲੇਗਾ। ਆਪਣੀ ਕੁਰਸੀ ਵੀ ਛੱਡ ਸਕਦਾ, ਠੀਕ ਹੈ, ਉਹ ਜਿੱਥੇ ਵੀ ਕਹੋਗੇ ਉਹ ਸੇਵਾ ਲਈ ਉਤਰੇਗਾ। ਤਾਂ ਇਹ ਇਸ ਤਰ੍ਹਾਂ ਦੇ ਸਾਨੂੰ ਐਕਚੁਅਲ ਦੇ ਵਿੱਚ ਸੱਚਾਈ ਹੈਗੀ ਕਿ ਸਾਨੂੰ ਇੱਕ ਅੱਛੇ ਕਾਉਂਸਲਰ ਦੀ ਲੋੜ ਹੈ। ਬਿਲਕੁਲ ਸਰ, ਠੀਕ ਹੈ। ਔਰ ਜਦੋਂ ਅਸੀਂ ਨੇਚਰ ਨੂੰ ਪੜ੍ਹ ਕੇ ਸਰੀਰ ਨੂੰ ਠੀਕ ਕਰਨ ਵੱਲ ਵਧਾਂਗੇ, ਹਾਂਜੀ, ਤਾਂ ਸਾਡੀ ਉਮਰ ਆਪਣੇ ਆਪ ਲੰਬੀ ਹੋਏਗੀ। ਬਿਲਕੁਲ ਸਰ। ਹੁਣ ਆਪਾਂ ਆਮ ਹੀ ਇੱਕ ਗੱਲ, ਮੈਂ ਕਿਤਾਬ ਪੜ੍ਹ ਰਿਹਾ ਸੀ ਇੱਕ ਦਿਨ, ਤੇ ਉਹਦੇ ਵਿੱਚ ਵੀ ਉਹ ਨੋਟ ਕੀਤਾ ਹੋਇਆ ਸੀ ਕਿ ਜਾਪਾਨੀਜ਼ ਲੋਕ ਹੈ ਨਾ ਜਿਹੜੇ, ਉੱਥੋਂ ਦੀਆਂ ਰੈਮੀਡੀਜ਼ ਨੇ ਸਰ, ਉਹਨਾਂ ਨੂੰ ਫੋਲੋ ਕਰਕੇ ਉਹਨਾਂ ਦੀ ਉਮਰ 150-150 ਸਾਲ ਜਿਹੜੀ ਹੈਗੀ ਆ, ਤੇ ਉਹਨਾਂ ਛੇਤੀ ਉਹ ਬੁੱਢੇ ਨਹੀਂ ਹੁੰਦੇ ਜੀ। ਪਤਾ ਨਹੀਂ ਉਹ ਕਿਵੇਂ ਦੇ, ਕਿਹੜੀਆਂ ਚੀਜ਼ਾਂ, ਕਿਹੜੀਆਂ ਜੜੀਆਂ ਬੂਟੀਆਂ ਦੀ ਵਰਤੋਂ ਕਰਦੇ ਆ। ਤੇ ਮੈਨੂੰ ਲੱਗਦਾ ਕਿ ਜੇ ਉਹ ਚੀਜ਼, ਜਿਵੇਂ ਤੁਸੀਂ ਆਪ ਜੀ ਜਾਣਕਾਰੀ ਦੇ ਰਹੇ ਹੋ, ਅਸੀਂ ਉਸ ਚੀਜ਼ ਨੂੰ ਚੰਗੇ ਧਿਆਨ ਨਾਲ ਵਾਚ ਆਊਟ ਕਰੀਏ, ਸਮਝੀਏ, ਤਾਂ ਸਾਡੇ ਕੋਲ ਆਪਦੇ ਕੋਲ ਇੰਨੀਆਂ ਹਰਬਸ ਹੈਗੀਆਂ ਨੇ ਕਿ ਅਸੀਂ ਉਹਨਾਂ ਦੀ ਵਰਤੋਂ ਕਰਕੇ ਆਪਦਾ ਜੀਵਨ ਜਿਹੜਾ ਤੰਦਰੁਸਤ ਬਣਾ ਸਕਦੇ ਹਾਂ ਸਰ। ਜੀ। ਔਰ ਤੁਸੀਂ ਜਾਪਾਨ ਦੀ ਗੱਲ ਕੀਤੀ ਹੈ ਕਿ ਇੰਨੀ ਉਮਰ ਹੈ, ਮੈਂ ਇੱਕੋ ਚੀਜ਼ ਦੱਸੂੰਗਾ, ਜਾਪਾਨ ਵਾਲੇ ਸੁਬਾਹ ਉੱਠ ਕੇ ਗਰਮ ਪਾਣੀ 'ਚ ਹਲਦੀ ਪੀਂਦੇ ਨੇ। ਅੱਛਾ ਸਰ। ਹਾਂਜੀ, ਜ਼ਿਆਦਾ ਰੇਸ਼ੋ ਤੇ ਹਲਦੀ ਪੀਣ ਵਾਲਿਆਂ ਦੀ ਹੈ। ਠੀਕ ਹੈ ਸਰ। ਹਾਂ, ਹਲਦੀ ਇੰਨੀ ਜ਼ਰੂਰੀ ਹੈ ਸਰ। ਹਾਂਜੀ। ਤੇ ਸਾਡੇ ਵਾਲੇ ਜਿਨ੍ਹਾਂ ਦੀ ਹਲਦੀ ਆਪਦੀ ਹੈ, ਹਾਂਜੀ, ਇਹ ਸਵੇਰੇ ਉੱਠ ਕੇ ਚਾਹ ਪੀਂਦੇ ਨੇ, ਠੀਕ ਹੈ, ਜਿਹੜੀ ਕਿ ਇਹਨਾਂ ਦੀ ਆਪਦੀ ਨਹੀਂ ਗੀ। ਆਪਦੀ ਨਹੀਂ। ਗੋਰੇ ਲੈ ਕੇ ਆਏ ਸੀ ਕਿ ਗੋ ਪੀਂਦੇ ਸੀ ਠੰਡੇ ਮੁਲਕ ਵਾਲੇ। ਹਾਂਜੀ, ਠੀਕ ਹੈ, ਉਹ ਠੰਡੇ ਮੁਲਕ ਕਰਕੇ ਇੱਥੇ ਰਾਜ ਕਰਨਾ ਸੀ, ਰਹਿਣਾ ਸੀ, ਆਦਤ ਸੀ, ਉਹਨਾਂ ਨੇ ਇੱਥੇ ਬਾਗ ਲਾ ਲਏ ਜੀ। ਉਹ ਕਹਿੰਦੇ ਵੀ ਬਾਗ ਤਾਂ ਲਾ ਲਏ, ਉਹਨੇ ਆਪਦਾ ਸਵਾਦ ਤਾਂ ਹੈਗਾ, ਬਿਜ਼ਨਸ ਵੀ ਕਰ ਲਈ, ਉਹ ਬਿਜ਼ਨਸ ਮਾਈਂਡਡ ਬਹੁਤ ਹੁੰਦੇ ਨੇ। ਉਹ ਕਹਿੰਦੇ ਕਿ ਤਾਂ ਦੁੱਧ ਪੀਂਦੇ, ਇਹਨਾਂ ਦੇ ਘਰ ਦੁੱਧ ਦੀਆਂ ਨਹਿਰਾਂ ਵਗਦੀਆਂ, ਵਾਧੂ ਪਸ਼ੂ ਤਾਂ, ਇਹ ਤਾਂ ਦੁੱਧ ਪੁੱਤ ਨੇ ਸਾਰੇ। ਹਾਂਜੀ, ਟੈਨਸ਼ਨ ਕਾਹਤੋਂ ਲੈਂਦਾ, ਠੀਕ ਹੈ। ਉਹ ਕਹਿੰਦੇ ਜੀ ਆ ਜਾਓ, ਜਿਹੜਾ ਚਾਹ ਪੀਏਗਾ 2 ਲੱਡੂ ਫਰੀ। ਅੱਛਾ, ਠੀਕ ਹੈ, 2 ਲੱਡੂ ਦੇ ਚੱਕਰ 'ਚ ਸਵਾਦ ਲਾਤਾ। ਉਦੋਂ ਪਤਾ ਇਹ ਇੱਕ ਵਾਰੀ ਸਵਾਦ ਲੱਗਾ ਹੋਵੇ, ਬਾਅਦ 'ਚ ਭਾਵੇਂ ਸਾਰਾ ਕੁਝ ਰੁੜ ਜੇ, ਸਵਾਦ ਨਹੀਂ ਰੁੜ ਦਿੰਦੇ, ਸਵਾਦ ਬਹੁਤ ਤੰਗ ਕਰਦਾ। ਉਹ ਸੋ ਇਹ ਚੀਜ਼ ਹੈਗੀ ਆ। ਸੋ 21ਵੀਂ ਸਦੀ ਹੈ, ਗਿਆਨ ਤੇ ਵਿਗਿਆਨ ਦਾ ਯੁੱਗ ਹੈ। ਇਸ ਯੁੱਗ ਦੇ ਵਿੱਚ ਜੇ ਅਸੀਂ ਵਿਗਿਆਨ ਦੇ ਚੰਗੇ ਤੇ ਮਾੜੇ ਚੀਜ਼ਾਂ ਨੂੰ ਸਮਝਣਾ ਹੈ, ਤਾਂ ਗਿਆਨ ਦਾ ਹਿੱਸਾ ਬਣਨਾ ਸਾਡਾ ਸ਼ੌਂਕ ਨਹੀਂ, ਮਜਬੂਰੀ ਹੈ। ਠੀਕ ਆ। ਉਸ ਗਿਆਨ ਨੂੰ, ਇੱਕ ਹੁੰਦਾ ਜਾਣਕਾਰੀ, ਇੱਕ ਹੁੰਦਾ ਸਹੀ ਜਾਣਕਾਰੀ, ਦੋਨਾਂ 'ਚ ਬਹੁਤ ਫਰਕ ਹੈ। ਹਾਂਜੀ, ਅਸੀਂ ਬੱਚਿਆਂ ਨੂੰ ਪੜ੍ਹਾਇਆ ਹੈ, ਸਹੀ ਨਹੀਂ ਪੜ੍ਹਾਇਆ। ਹਾਂਜੀ, ਇਹ ਫਰਕ ਹੈ। ਜੇ ਬੱਚੇ ਪੜ੍ਹੇ ਹੁੰਦੇ ਤਾਂ ਸਾਡੇ ਮੁਲਕ 'ਚ ਸੋਲੂਸ਼ਨ ਲੱਭਦੇ ਸਰ, ਬਾਹਰ ਨਾ ਜਾਂਦੇ। ਸਾਡੇ ਮੁਲਕ 'ਚ ਆਈਲੈਟਸ ਦਾ ਸੈਂਟਰ ਨਾ ਲੱਭਦੇ। ਬਿਲਕੁਲ। ਅਸੀਂ ਪੜ੍ਹਾਇਆ ਹੈ, ਹਾਂਜੀ, ਪਰ ਸਹੀ ਨਹੀਂ ਪੜ੍ਹਾਇਆ। ਇਹ ਦੋਨਾਂ 'ਚ ਅੰਤਰ ਬੜਾ ਹੈ। ਜਿੰਨਾ ਅਸੀਂ ਸਹੀ ਪੜ੍ਹਾ ਕੇ ਨਾ, ਹਾਂਜੀ, ਮੈਟ੍ਰਿਕ ਵਾਲਾ ਵੀ PhD ਨੂੰ ਮਾਤ ਦੇਗਾ। ਇੰਨੇ ਲੰਬੇ ਕੋਰਸਿਸ ਜਾਣ ਦੀ ਜ਼ਰੂਰਤ ਨਹੀਂ ਪਏਗੀ। ਓਕੇ। ਸੋ ਇਹ ਹੈ। ਤੋ ਜਿੰਨਾ ਟਾਈਮ ਅਸੀਂ ਉਹਨਾਂ ਦੀ ਵਰਚੁਅਲ ਗੁਲਾਮੀ 'ਚੋਂ ਬਾਹਰ ਨਹੀਂ ਆ ਸਕਦੇ, ਜਿੰਨਾ ਟਾਈਮ ਅਸੀਂ ਗਿਆਨ ਦਾ ਤੀਜਾ ਨੇਤਰ ਨਾ ਖੋਲ੍ਹੇ। ਉਹਦੇ ਵਾਸਤੇ ਨਾ ਸਰਕਾਰਾਂ ਦੇ ਕੋਲ ਹੱਥ ਅੱਡ ਸਕਦੇ ਆਪਾਂ, ਤੇ ਨਾ ਡਾਕਟਰਾਂ ਦੇ ਕੋਲ। ਆਪਣਾ ਇੱਥੇ ਆਪਣਾ ਆਪੇ ਖਾਸ ਵਾਰੀ। ਸੋ ਇਸ ਮਿਸ਼ਨ ਨੂੰ ਲੈ ਕੇ ਵੈਲਬਿੰਗ ਹੈਲਥ ਆਰਗੇਨਾਈਜੇਸ਼ਨ ਔਰ ਸਾਡੀ ਜਿੰਨੀ ਵੀ ਐਂਟਾਇਰ ਟੀਮ ਉਹ ਰਾਤ ਦਿਨ ਕੰਮ ਕਰ ਰਹੀ ਹੈ। ਬਿਲਕੁਲ ਸਰ। ਠੀਕ ਹੈ। ਸੋ ਸਰ ਬਹੁਤ ਵਧੀਆ ਤੁਸੀਂ ਜਾਣਕਾਰੀ ਦਿੱਤੀ। ਫਰਦਰ ਜਿਹੜੇ ਤੁਹਾਡੇ ਪਲਾਨਸ ਨੇ, ਜਾਂ ਜਿਵੇਂ ਪੰਜਾਬ ਦੇ ਵਿੱਚ ਆਪਾਂ ਜ਼ਿਆਦਾ ਖੇਤੀਬਾੜੀ ਖਿੱਤੇ ਨਾਲ ਸੰਬੰਧਿਤ ਰੱਖਦੇ ਹਾਂ ਜੀ, ਪਿੰਡਾਂ ਦੇ ਵਿੱਚ ਪਸ਼ੂ ਹਰੇਕ ਘਰ ਦੇ ਵਿੱਚ 1 ਜਾਂ 2 ਜਾਂ 10 ਜਾਂ 5 ਜਿੰਨੇ ਵੀ ਹੁੰਦੇ ਆ, ਤਾਂ ਜਿਵੇਂ ਤੁਸੀਂ ਆਪਾਂ ਨੂੰ ਜਾਣਕਾਰੀ ਦਿੱਤੀ ਹੈ ਜੀ, ਆਪਾਂ ਫਰਦਰ ਉਹਨਾਂ ਦੇ ਵਿੱਚ ਬਰੀਫਲੀ ਅੱਗੇ ਵੀ ਆਉਣ ਵਾਲੀਆਂ ਵੀਡੀਓਜ਼ ਦੇ ਵਿੱਚ ਗੱਲ ਕਰਦੇ ਜਾਵਾਂਗੇ। ਸੋ ਤੁਹਾਨੂੰ ਸਰ ਇੱਕ ਵਾਰ ਬਹੁਤ ਜ਼ਿਆਦਾ ਵਧਾਈ ਹੈ ਜੀ, ਜਿਹੜਾ ਮੈਂ ਤਾਂ ਕਹਿੰਦਾ ਵੀ ਸਾਡੇ ਪੰਜਾਬ ਦਾ ਇੱਕ ਨਾਮ ਰੋਸ਼ਨ ਕੀਤਾ ਸਰ ਨੇ, ਕਿ ਜਿਹੜਾ ਇਹਨਾਂ ਨੂੰ ਮੋਸਟ ਟਰਸਟਡ ਅਵਾਰਡ ਜਿਹੜਾ ਉਹ ਮਿਲਿਆ। ਤਾਂ ਸਰ ਆਪ ਜੀ ਨੂੰ ਮੇਰੇ ਵੱਲੋਂ, ਸਾਡੀ ਸਾਰੀ ਟੀਮ ਵੱਲੋਂ, ਸਾਡੀ ਸਾਰੀ ਜਿਹੜੀ ਕੇਅਰ ਏਸ਼ੀਆ ਦੀ ਟੀਮ ਹੈ ਜੀ, ਉਹਦੇ ਵੱਲੋਂ ਆਪ ਸਭ ਨੂੰ ਬਹੁਤ ਬਹੁਤ ਸਾਰੀ ਵਧਾਈ ਸਰ, ਤੇ ਬਹੁਤ ਬਹੁਤ ਸ਼ੁਕਰੀਆ ਸਰ, ਤੁਸੀਂ ਅੱਜ ਟਾਈਮ ਕੱਢਿਆ ਸਾਡੇ ਲਈ। ਥੈਂਕ ਯੂ ਜੀ, ਪੂਰੀ ਕੇਅਰ ਏਸ਼ੀਆ ਟੀਮ ਨੂੰ, ਕੇਅਰ ਏਸ਼ੀਆ TV ਨੂੰ ਦੇਖ ਰਹੇ ਸਾਰੇ ਦਰਸ਼ਕਾਂ ਦਾ ਤਹਿ ਦਿਲੋਂ ਧੰਨਵਾਦ। ਔਰ ਇਹ ਆਸ਼ੀਰਵਾਦ ਔਰ ਪਿਆਰ ਇਸੇ ਤਰ੍ਹਾਂ ਬਣਾਈ ਰੱਖਿਓ ਜੀ, ਆਪਣੇ ਦੇਸ਼ ਲਈ, ਆਪਣੇ ਪੰਜਾਬ ਲਈ, ਹੋਰ ਬੈਟਰਮੈਂਟ ਲਈ, ਹੋਰ R&D ਜਿਹਨੀ ਅਸੀਂ ਕਰ ਰਹੇ ਹਾਂ ਜੀ ਸਰ, ਉਹਦੇ 'ਚ ਹੋਰ ਸਫਲਤਾਵਾਂ ਹਾਸਲ ਕਰਕੇ ਤੁਹਾਡੀ ਸੇਵਾ 'ਚ ਸਰਵ ਕਰਾਂਗੇ। ਔਰ ਮੈਂ ਹਮੇਸ਼ਾ ਇਹ ਗੱਲ ਕਹਿਣਾ ਹੁੰਦਾ ਕਿ ਕੋਸ਼ਿਸ਼ ਕਰਿਓ ਕਿ ਤੁਸੀਂ ਸਾਡਾ ਸਾਥ ਦਿਓ,
ਜੇ ਸਾਥ ਨਾ ਵੀ ਦੇਣ ਦਾ ਟਾਈਮ ਹੋਵੇ ਤਾਂ ਜਿੱਥੇ ਵੀ ਬੈਠੇ ਜੀ ਆਸ਼ੀਰਵਾਦ ਜ਼ਰੂਰ ਦੇ ਦਿਓ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।